ਸਵਾਗਤ ਹੈ ਤੁਹਾਡਾ ਸਭ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ੇਰਗਿੱਲ ਸਾਹਿਬ, ਅੱਜ ਫਿਰ ਆਪਾਂ ਬੰਗਾਲ ਦੀ ਵੀ ਗੱਲ ਕਰਨੀ ਆ ਜੀ। ਜੀ ਕਰੋਨਾ ਦੀ ਗੱਲ ਵੀ ਕਰਨੀ ਆ ਜੀ, ਬਿਲਕੁਲ ਜੀ। ਤੇ ਉਸ ਦੇ ਨਾਲ ਨਾਲ ਜਿਹੜਾ ਕਿਸਾਨ ਸੰਘਰਸ਼ ਆ ਉਹਦੀ ਗੱਲ ਵੀ ਕਰਨੀ। ਬਿਲਕੁਲ ਕਰਾਂਗੇ ਤੇ ਪਹਿਲਾਂ ਤੁਸੀਂ ਅੱਜ ਕੁਝ ਹੋਰ ਗੱਲ ਵੀ ਕਰਨੀ ਜੀ। ਸ਼ਰਮਾ ਜੀ, ਆ ਜਿਹੜਾ ਹਫਤਾ ਹੈ ਨਾ, ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਆ ਔਰ ਬੜੀ ਭਾਵੁਕਤਾ ਵਾਲਾ ਹਫਤਾ ਹੁੰਦਾ, ਜਿਹਨੂੰ ਆਪਾਂ ਸ਼ਹੀਦੀ ਹਫਤਾ ਵੀ ਕਿਹਾ ਜਾਂਦਾ ਜੀ। ਅੱਜ ਦਾ ਦਿਨ ਜਿਹੜਾ ਆ ਉਹ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸ਼ਹੀਦੀ ਦਿਨ ਵੀ ਆ। ਉਹਨਾਂ ਨੂੰ ਜਿੰਨਾ ਵੀ ਆਪਾਂ ਨਮਨ ਕਰ ਲਈਏ ਉਨਾ ਹੀ ਥੋੜ੍ਹਾ ਆ। ਮੇਰੇ ਖਿਆਲ ਨੇ ਪਏ ਰਹਿੰਦੀ ਦੁਨੀਆ ਤੱਕ ਇਹੋ ਜਿਹਾ ਆਸਾਮਾ ਯੁੱਧ ਕਦੇ ਹੋਊਗਾ ਜਾਂ ਹੋਇਆ ਜਾਂ ਹੋਊ, ਮਤਲਬ ਲੱਗਦਾ ਨਹੀਂ, ਕਿਆਸ ਵੀ ਨਹੀਂ ਕੀਤੀ ਜਾ ਸਕਦੀ ਜਿਸ ਤਰੀਕੇ ਦਾ ਜੋ 2-2 ਚਮਕੌਰ ਦੀ ਗੜੀ ਵਿੱਚ ਹੋਇਆ ਸੀ ਜੀ। ਉਹਦੀਆਂ ਕੜਕਦੀਆਂ ਠੰਡੀਆਂ ਰਾਤਾਂ ਦੇ ਵਿੱਚ ਇਹੋ ਜਿਹੇ ਵਿੱਚ ਤਾਂ ਬੰਦਾ ਉਹੀ ਹੱਥ ਬਾਹਰ ਕੱਢਣ ਨੂੰ ਵੀ ਦਿਲ ਨਹੀਂ ਕਰਦਾ। ਅਤੇ ਉਦੋਂ ਛੋਟੀ ਛੋਟੀ ਉਮਰ ਵਾਲੇ ਦੋਨੇ ਜਿਹੜੇ ਸਾਹਿਬਜ਼ਾਦੇ ਆ, ਉਹਨਾਂ ਨੇ ਆਪਣੇ ਐਸੇ ਜੌਹਰ ਦਿਖਾਲੇ ਯੁੱਧ ਦੇ ਵਿੱਚ ਵੀ ਜਿਹੜੇ ਵੱਡੇ ਵੱਡੇ ਖਾਨ ਸੀ ਜਿਹੜੇ ਉਹ ਮੁਗਲਾਂ ਦੇ, ਉਹਨਾਂ ਦੇ ਵੀ ਜਿਹੜੇ ਹੌਸਲੇ ਜੰਗ ਦੇ ਮੈਦਾਨ ਵਿੱਚ ਤਾਂ ਪਸਤ ਹੋਏ ਆ, ਪਰ ਉਹਨਾਂ ਨੂੰ ਵੀ ਉਂਗਲੀਆਂ ਚਬਾਉਣ ਲਾਤਾ ਸੀਗਾ ਦੰਦਾਂ ਥੱਲੇ, ਬਈ ਇੰਨੀ ਛੋਟੀ ਉਮਰ ਦੇ ਵਿੱਚ ਐਡੇ ਜੌਹਰ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੀ ਦਿਖਾ ਸਕਦੇ ਆ ਜੀ। ਉਹਨਾਂ ਦੇ ਸਾਹਮਣੇ ਜੇ ਆਪਾਂ ਦੇਖੀਏ ਤਾਂ ਉਹਨਾਂ ਦੇ ਮੂਹਰੇ ਹਰ ਪਾਸੇ ਖਾਨ ਹੀ ਖਾਨ ਸੀ। ਸੁਲਤਾਨ ਖਾਨ, ਮਜ਼ਾਰ ਖਾਨ, ਜੋ ਖਾਨ, ਫਲਾਨਾ ਖਾਨ, ਢਿਮਕੜਾ ਖਾਨ। ਪਰ ਜਦੋਂ ਉਹਨਾਂ ਦੇ ਸਾਹਮਣੇ 5-5 ਸਿੰਘ ਦੇ ਜਥੇ ਨਿਕਲਦੇ ਸੀਗੇ ਤੇ ਕੋਈ ਇਹ ਸੋਚ ਨਹੀਂ ਸਕਦਾ ਵੀ ਮੂਹਰੇ 10 ਲੱਖ ਦੀ ਫੌਜ ਖੜੀ ਹੋਵੇ ਤੇ ਵਿੱਚੋਂ ਸਿਰਫ 5 ਸਿੰਘ ਜਿਹੜੇ ਜਕਾਰਿਆਂ ਦੀ ਗੂੰਜ 'ਚ ਨਿਕਲੇ, ਔਰ ਉਹ ਵੀ ਐਦਾਂ ਚੜ੍ਹਦੀ ਕਲਾ 'ਚ ਨਿਕਲਣ ਵੀ ਕਿਸੇ ਨੂੰ ਇਹ ਅੰਦਾਜ਼ਾ ਹੀ ਨਹੀਂ ਹੋ ਸਕਦਾ ਵੀ ਮੂਹਰੇ ਫੌਜ ਇੱਕ ਜਣੇ ਦੀ ਆ ਕਿ 10 ਲੱਖ ਦੀ ਆ ਜੀ। ਤੇ ਉਸ ਤੋਂ ਵੀ ਵੱਡੀ ਗੱਲ ਇਹ ਆ ਵੀ ਕੋਈ ਇਹੋ ਜਿਹਾ ਪਿਤਾ ਨਹੀਂ ਕਦੇ ਵੀ ਹੋ ਸਕਦਾ ਜਿਹੜਾ ਆਪਣੇ ਪੁੱਤਰਾਂ ਦੀ ਸ਼ਹੀਦੀ ਤੇ ਜੈਕਾਰੇ ਛੱਡੇ ਜੀ। ਸੋ ਇਹ ਜਿਹੜਾ ਅੱਜ ਦਾ ਦਿਹਾੜਾ ਆ, ਇਹ ਉਹਨਾਂ ਨੂੰ ਸਮਰਪਿਤ ਆ, ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ। ਬਸ ਹਿੰਦ में एक तीरथ है यात्रा के लिए, बाप ने कटाए बेटे जहाँ खुदा के लिए ਜੀ। ਉਹ ਤੀਰਥ ਚਮਕੌਰ ਸਾਹਿਬ ਦੀ ਗੜੀ 'ਚ ਆ, ਜਿੱਥੇ ਕਿ ਹਰ ਇੱਕ ਇਨਸਾਨ ਦਾ ਜਿਹੜਾ ਦਿਲ ਪਸੀਜ ਜਾਂਦਾ ਆ ਉਹਨਾਂ ਦੇ ਯਾਦ ਦੇ ਵਿੱਚ, ਉਹਨਾਂ ਨੂੰ ਨਮਨ ਕਰਨ ਦੇ ਵਿੱਚ ਜੀ। ਸੋ ਆਪਾਂ ਵੀ, ਮੇਰੇ ਵੱਲੋਂ, ਸਾਰਿਆਂ ਵੱਲੋਂ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਨਮਨ ਕਰਦੇ ਹਾਂ ਜੀ। ਜੀ ਬਿਲਕੁਲ ਜੀ। ਸ਼ੇਰਗਿੱਲ ਸਾਹਿਬ, ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਦੁਨੀਆ ਦੇ ਉੱਤੇ ਬਹੁਤ ਲੋਕ ਜਨਮ ਲੈਂਦੇ ਆ ਤੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਜਾਂਦੇ ਆ, ਪਰ ਨਾਮ ਜਿਹੜੇ ਆ ਉਹਨਾਂ ਦੇ ਰਹਿੰਦੇ ਆ ਜਿਨ੍ਹਾਂ ਨੇ ਕੁਝ ਵਿਲੱਖਣ ਕੀਤਾ ਹੁੰਦਾ ਤੇ ਸੱਚ ਲਈ ਕੁਝ ਕੀਤਾ। ਬਿਲਕੁਲ ਜੀ। ਇਸ ਹਫਤੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਉਸ ਪਰਿਵਾਰ ਦਾ ਜਿਹੜਾ ਇੱਕ ਤੋਂ ਵੱਧ ਕੇ ਇੱਕ ਕੁਰਬਾਨੀਆਂ ਦਾ ਇਹ ਦਿਨ ਹੀ ਰਿਹਾ ਜੀ। ਜੇ ਆਪਾਂ ਪਿੱਛੇ ਗੱਲ ਕੀਤੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਜੀ, ਉਸ ਤੋਂ ਬਾਅਦ 4 ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ, ਫਿਰ ਪਤਾ ਨਹੀਂ ਕਿੰਨੇ ਕੁ ਸਿੰਘ ਸੀ ਜਿਹਦੇ ਵਿੱਚ ਰੰਗਰੇਟੇ ਗੁਰੂ ਕੇ ਬੇਟੇ ਭਾਈ ਸੰਗਤ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਮਹਾ ਸਿੰਘ ਜੀ, ਹੋਰ ਕਈ ਸਿੰਘ ਇਹੋ ਜਿਹੇ ਜਿਹੜੇ ਆਹ ਹਫਤਾ ਜਿਹੜਾ ਚੱਲਣਾ ਮਾਘੀ ਤੱਕ, ਜਿਹੜਾ ਮੁਕਤਸਰ ਦੀ ਜੰਗ ਹੋਈ ਆ ਉਦੋਂ ਤੱਕ ਸ਼ਹੀਦੀਆਂ ਦਾ ਹੀ ਦਿਨ ਰਿਹਾ ਆ ਜੀ। ਇਹ ਉਹੀ ਆਪਾਂ ਗੱਲ ਤਾਂ ਹੀ ਕਰਦੇ ਇਹਦੇ ਬਾਰੇ ਵੀ ਜਿਹੜਾ ਅੱਜ ਦਾ ਦੌਰ ਹੋ ਰਿਹਾ, ਇਹ ਵੀ ਉਸ ਦੌਰ ਨੂੰ ਜੋੜ ਕੇ ਹੀ ਦੇਖਿਆ ਜਾ ਰਿਹਾ। ਆਮ ਬੁੱਧੀਜੀਵੀਆਂ ਦੇ ਵਿੱਚ, ਆਮ ਜਿਹੜੇ ਜਿੰਨੇ ਵੀ ਸੋਚ ਰੱਖਦੇ ਇਹੋ ਜਿਹੀ, ਉਹਨਾਂ ਦੇ ਵਿੱਚ ਇਸ ਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜੀ। ਜੀ। ਸਮਾਂ ਬਦਲਦਾ ਆ, ਕਈ ਵਾਰ ਇਤਿਹਾਸ ਆਪਣੇ ਆਪ ਨੂੰ ਫਿਰ ਦੁਹਰਾਉਂਦਾ ਜੀ। ਬਿਲਕੁਲ ਸਹੀ ਗੱਲ ਹੈ। ਫਿਰ ਸਾਡਾ ਸਾਰਾ ਹੀ ਪੰਜਾਬ ਜਿਹੜਾ ਆ ਉਹ ਦਿੱਲੀ ਦੇ ਬਾਰਡਰ ਦੇ ਉੱਤੇ ਪਿਛਲੇ ਲਗਭਗ 1 ਮਹੀਨੇ ਤੋਂ ਜੀ, ਬਿਲਕੁਲ 1-2 ਦਿਨ ਦੀ ਅੱਗੇ ਪਿੱਛੇ ਦੀ ਗੱਲ ਕਰ ਲਈਏ ਤੇ 4 ਬਾਲ ਲਾਗੇ ਹੋ ਚੱਲਿਆ ਜੀ, ਮਹੀਨਾ ਹੋ ਚੱਲਿਆ ਜੀ। 26 ਤਰੀਕ ਨੂੰ ਗਏ ਸੀਗੇ ਜੀ। ਕੁਝ ਅਸਾਰ ਨਹੀਂ ਲੱਗਦੇ ਉਧਰੋਂ, ਕੁਝ ਨਵਾਂ ਨਿਕਲਣ ਦੇ ਜਾਂ ਕੋਈ ਗੱਲਬਾਤ ਬਦਲਣ ਦੇ ਜਾਂ ਕੁਝ ਹਾਲਾਤ ਬਦਲਣ ਦੇ, ਕੁਝ ਨਿਕਲਿਆ ਉਧਰੋਂ ਜੀ। ਕੀ ਹੋ ਰਿਹਾ ਹੁਣ? ਸ਼ਰਮਾ ਜੀ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਸਰਕਾਰ ਦੇ ਕੰਨ ਦੇ ਉੱਤੇ ਜੂੰ ਕਿਉਂ ਨਹੀਂ ਸਰਕਦੀ ਜੀ। ਬਈ ਸਾਰਿਆਂ ਕੰਮ ਕਰੀ ਜਾ ਰਹੀ ਆ, ਉਹ ਆਹ ਵੀ ਕਰ ਲਿਆ, ਉਹ ਵੀ ਕਰ ਲਿਆ, ਉਧਰ ਵੀ ਚੱਲ ਗਿਆ, ਇੱਧਰ ਵੀ ਚੱਲ ਗਿਆ, ਗੁਰੂ ਘਰ ਮੱਥਾ ਵੀ ਟੇਕ ਲਿਆ, ਸਭ ਕੁਝ ਕਰ ਲਿਆ। ਇੱਕੋ ਗੱਲ ਆ ਜਿਹੜੀ ਉਹ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਜੀ। ਵੀ ਇਹਦਾ ਕਾਰਨ ਨਹੀਂ ਸਮਝ ਆ ਰਿਹਾ ਵੀ ਜਾਂ ਤਾਂ ਉਹ ਜਾਣ ਬੁੱਝ ਕੇ ਇਹਨਾਂ ਨੂੰ ਅਣਗੌਲਿਆਂ ਕਰ ਰਹੀ ਆ। ਆਪਾਂ ਪਿੱਛੇ ਜੇ ਗੱਲਾਂ ਕਰਦੇ ਰਹੇ, ਜੇ ਇੱਥੇ ਗੱਲ ਕਰਨ ਬੈਠੇ ਕਿਸਾਨ ਤੇ ਗੁਜਰਾਤ ਚਲੇ ਗਏ, ਮੱਧ ਪ੍ਰਦੇਸ਼ ਵਾਲਿਆਂ ਨੇ ਚੱਲ ਗਏ। ਹਾਲਾਂਕਿ ਉਹਨਾਂ ਕਿਸਾਨਾਂ ਨਾਲ ਆਮ ਜਿਹੜੇ ਮੀਡੀਆ ਵਾਲਿਆਂ ਨੇ ਗੱਲ ਕੀਤੀ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਸੀ ਵੀ ਹੈ ਕੀ ਆ ਜੀ। ਪਤਾ ਨਹੀਂ ਹੁਣ ਕਿੱਥੋਂ ਚੱਕ ਕੇ ਲਿਆ ਕੇ ਬਿਠਾਏ ਹੋਣਗੇ। ਤੇ ਜੋ
ਕੋਲ ਤੁਹਾਡੇ ਜਿਨ੍ਹਾਂ ਦੀ ਗੱਲ ਆ, ਜਿਹੜੇ ਮੰਗ ਲੈ ਕੇ ਬੈਠੇ ਆ, ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰ ਰਹੇ, ਬਾਕੀ ਸਾਰੇ ਕੰਮ ਕਰ ਰਹੇ ਆ, ਤੇ ਕੀ ਗੱਲ ਇਹ ਦੇਸ਼ ਦੇ ਨਾਗਰਿਕ ਨਹੀਂ? ਇਹਨਾਂ ਨੂੰ ਤੁਸੀਂ ਠੰਡ 'ਚ ਮਾਰਨ ਲਈ ਉੱਥੇ ਰੱਖਿਆ ਹੋਇਆ ਆ, ਮਜਬੂਰ ਕੀਤਾ ਹੋਇਆ। ਇਸ ਗੱਲ ਨੂੰ ਨਹੀਂ ਸਮਝਦੇ ਇਹ ਵੀ ਇਹਨਾਂ ਨੂੰ ਇੱਥੇ ਆਉਣ ਲਈ ਮਜਬੂਰ ਕਿਹਨੇ ਕੀਤਾ? ਤੁਹਾਡੀ ਸਰਕਾਰ ਨੇ, ਤੁਹਾਡੇ ਬਣਾਏ ਹੋਏ ਕਾਨੂੰਨਾਂ ਨੇ ਜਿਹੜੇ ਕਿ ਜ਼ਬਰਦਸਤੀ ਥੋਪੇ ਆ, ਤਾਂ ਹੀ ਆਏ ਆ ਇਹ। ਨਹੀਂ ਤਾਂ ਕਿਹੜਾ ਜੀ ਕਰਦਾ ਵੀ ਇਹੋ ਜਿਹੀ ਠੰਡ ਦੇ ਵਿੱਚ ਜਾ ਕੇ ਉੱਥੇ ਆਪਣੇ ਘਰ-ਬਾਰ ਛੱਡ ਕੇ ਬੈਠੇ ਹੋਣ। ਜੀ ਅਗਲੀ ਗੱਲ, ਸਿੰਘੂ ਬਾਰਡਰ ਹੁਣ ਉਹ ਕੱਲਾ ਬਾਰਡਰ ਨਹੀਂ ਰਹਿ ਗਿਆ, ਕੱਲਾ ਉੱਥੇ ਮੋਰਚੇ ਦਾ ਥਾਂ ਨਹੀਂ ਰਹਿ ਗਿਆ, ਉਹ ਤਾਂ ਹੁਣ ਇੱਕ ਤੀਰਥ ਸਥਾਨ ਬਣਦਾ ਜਾ ਰਿਹਾ। ਜੀ ਹਰੇਕ ਬੰਦਾ ਚਾਹੇ ਪੰਜਾਬ 'ਚ ਆ, ਚਾਹੇ ਵਿਦੇਸ਼ਾਂ ਦੇ ਵਿੱਚ ਆ, ਪੰਜਾਬ ਨੂੰ ਪਿਆਰ ਕਰਨ ਵਾਲਾ, ਪੰਜਾਬੀਅਤ ਨੂੰ ਪਿਆਰ ਕਰਨ ਵਾਲਾ, ਕਿਸਾਨੀ ਪਰਿਵਾਰ ਨਾਲ ਜੁੜਿਆ ਵੀ ਹੋਵੇ ਚਾਹੇ ਨਾ ਜੁੜਿਆ ਹੋਵੇ, ਹਰੇਕ ਦੇ ਮਨ 'ਚ ਇਹ ਤਾਂ ਗਿਆ ਵੀ ਮੈਂ ਉਸ ਸਿੰਘੂ ਬਾਰਡਰ 'ਤੇ ਇੱਕ ਵਾਰੀ ਜਾ ਕੇ ਮੈਂ ਇਹ ਸ਼ਬਦ ਵਰਤਣ ਲੱਗਾ ਵੀ ਨਤਮਸਤਕ ਜ਼ਰੂਰ ਹੋਣਾ। ਜੀ ਤਾਂ ਵਰਤਿਆ ਕਿਉਂਕਿ ਆਪਾਂ ਉਹਨੂੰ ਤੀਰਥ ਸਥਾਨ ਦਾ ਨਾਂ ਕਹਿ ਰਹੇ ਹਾਂ, ਔਰ ਇਹ ਤੋਂ ਕੋਈ ਘੱਟ ਕਿਹਾ ਵੀ ਨਹੀਂ ਜਾ ਸਕਦਾ, ਇੱਕ ਤੀਰਥ ਹੀ ਬਣ ਗਿਆ। ਕਿਉਂਕਿ ਜਦੋਂ ਆਪਾਂ ਕੋਈ ਗੁਰੂ ਘਰ ਜਾਂਦੇ ਆ ਨਾ, ਤਾਂ ਹਰੇਕ ਬੰਦੇ ਦੀ ਇਹ ਹੁੰਦੀ ਆ ਤਾਂ ਕਿ ਮੈਂ ਇੱਕ ਵਾਰ ਸਾਲ ਦੇ ਵਿੱਚ, ਮਹੀਨੇ 'ਚ 2 ਮਹੀਨੇ 6 ਮਹੀਨੇ ਮੈਂ ਉੱਥੇ ਜਾਣਾ। ਜੀ ਹੁਣ ਜਿਹੜੀ ਪੰਜਾਬੀਆਂ ਦੇ ਵਿੱਚ ਤਾਂ ਗਿਆ, ਉਹ ਉਹੋ ਜਿਹੀ ਹੀ ਤਾਂ ਗਿਆ ਵੀ ਉਹ ਤੀਰਥ ਸਥਾਨ ਆ, ਤੇ ਮੈਂ ਉੱਥੇ ਹਰ ਹਾਲ 'ਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣੀ ਆ। ਜੀ ਕਿਸਾਨਾਂ ਦਾ ਜਿਹੜਾ ਜੋਸ਼ ਆ ਉਹ ਦਿਨੋਂ ਦਿਨ ਘਟਦਾ ਨਹੀਂ, ਸਗੋਂ ਉਹ ਦੁੱਗਣਾ ਤਿੱਗਣਾ ਚੌਗਣਾ ਹੋ ਰਿਹਾ। ਜੀ ਮੈਂ ਪਰਸੋਂ ਵੀ ਉਹਨਾਂ ਦੀ ਉੱਥੇ ਜਦੋਂ ਐਤਵਾਰ ਵਾਲੇ ਦਿਨ ਉਹਨਾਂ ਨੇ ਕੀਤੀ ਸੀਗੀ ਉੱਥੇ ਤਕਰੀਰ, ਕਿਸਾਨਾਂ ਆਗੂਆਂ ਦੀ ਜਿਹੜੀ ਵੱਡੇ ਆ ਉਹਨਾਂ ਦੀ ਤਕਰੀਰ ਮੈਂ ਸੁਣਦਾ ਸੀਗਾ। ਉਹ ਦੱਸਦੇ ਸੀਗੇ ਵੀ ਸਾਨੂੰ ਤਜਵੀਜ਼ਾਂ ਭੇਜ ਰਹੇ ਆ। ਜੀ ਸਾਡੀ ਗੱਲ ਜਿਹੜੀ ਆ ਉਹ ਤਾਂ ਕਿਤੇ ਖੜਦੀ ਨਹੀਂ ਉਹਨਾਂ ਤਜਵੀਜ਼ਾਂ 'ਚ। ਆਪਦੀਆਂ ਹੀ ਕਾਨੂੰਨ ਵੀ ਆਪਦੇ ਬਣਾਏ ਆ, ਤਜਵੀਜ਼ਾਂ ਵੀ ਆਪਦੀਆਂ ਦੇ ਰਹੇ ਆ। ਜੇ ਤੁਹਾਨੂੰ ਕਹਿ ਰਹੇ ਸੀ ਵੀ ਸਾਨੂੰ ਇਹਨਾਂ ਕਾਨੂੰਨਾਂ ਤੋਂ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਚੀਜ਼ ਚਾਹੀਦੀ ਨਹੀਂ, ਜੀ ਤੇ ਫਿਰ ਉਸ ਗੱਲ ਨੂੰ ਮੰਨਣ 'ਚ ਕੀ ਇਨਕਾਰ ਹੈ ਇਹਨਾਂ ਨੂੰ? ਕਾਹਦੇ ਲਈ ਨਹੀਂ ਇਹ ਇਸ ਗੱਲ ਨੂੰ ਮੰਨਦੇ ਆ? ਹੋਰ ਸਭ ਗੱਲਾਂ ਕਰੀ ਜਾਂਦੇ ਆ। ਮਤਲਬ ਇੰਨੀ, ਜੇ ਆਪਾਂ ਕਹਿ ਦਈਏ ਨਾ ਬੇਦਰਦ, ਇਹੋ ਜਿਹੀ ਬੇਦਰਦ ਸਰਕਾਰ ਸ਼ਾਇਦ ਭਾਰਤ ਨੂੰ ਕਦੇ ਮਿਲੀ ਹੋਵੇ। ਜੀ ਤੇ ਪ੍ਰਧਾਨ ਮੰਤਰੀ ਸਾਹਿਬ ਠੀਕ ਆ, ਤੁਸੀਂ ਗੁਰੂ ਘਰ ਗਏ ਆ, ਤੁਹਾਡਾ ਸਵਾਗਤ ਆ, ਉੱਥੇ ਚਲੇ ਗਏ ਆ, ਪਰ ਉੱਥੇ ਜਾ ਕੇ ਉਹਨਾਂ ਦਾ ਰੁਤਬਾ ਔਰ ਉਹਨਾਂ ਨੂੰ ਅਸਲੀ ਨਮਨ ਤਾਂ ਹੀ ਹੋਣਾ ਸੀ ਜੇ ਉਸੇ ਗੁਰਦੁਆਰੇ ਦੇ ਵਿੱਚੋਂ ਜਾ ਕੇ ਇੱਕ ਵਾਰੀ ਐਲਾਨ ਤਾਂ ਕਰ ਦਿੰਦੇ ਵੀ ਇਹ ਕਿਸਾਨ ਭਰਾਵੋ ਆ ਜਾਓ, ਮੈਂ ਤੁਹਾਡੇ ਲਈ ਇੱਥੇ ਹੀ ਗੱਲ ਕਰ ਦਿੰਦਾ। ਜਿਵੇਂ ਉਹ ਉੱਥੇ ਗਏ ਆ ਕਿਸੇ ਨੂੰ ਦੱਸੇ ਬਗੈਰ, ਬਿਨਾਂ ਕਿਸੇ ਸਿਕਿਉਰਿਟੀ ਦੇ, ਬਿਨਾਂ ਕਿਸੇ ਪ੍ਰੋਟੋਕੋਲ ਦੇ ਸਾਰਾ ਕੁਝ ਤੋੜ ਤਾੜ ਕੇ ਪਹੁੰਚੇ ਆ। ਬਹੁਤ ਵੱਡੀ ਗੱਲ ਆ ਉਹਨਾਂ ਦਾ ਪਹੁੰਚਣਾ, ਪਰ ਕਿੰਨਾ ਚੰਗਾ ਹੁੰਦਾ ਜੇ ਉੱਥੇ ਇਹਨਾਂ ਨੂੰ ਕਿਸਾਨ ਭਰਾਵਾਂ ਨੂੰ ਵੀ ਸੱਦ ਲੈਂਦੇ ਵੀ ਮੈਂ ਤੁਹਾਡੇ ਆਪਣੇ ਗੁਰੂ ਘਰ ਆਇਆ ਹੋਇਆ, ਆ ਜਾਓ ਗੱਲ ਕਰਦੇ ਆ, ਜਿੱਦਾਂ ਤੁਸੀਂ ਕਹਿੰਦੇ ਮੰਨ ਲੈਂਦੇ ਆ। ਹਾਲ ਦੀ ਘੜੀ ਮੈਂ ਰੋਕ ਲੈਣਾ, ਚਾਹੇ ਸੁਪਰੀਮ ਕੋਰਟ ਨੇ ਵੀ ਮੈਨੂੰ ਕਿਹਾ ਆ ਰੋਕਣ ਲਈ, ਤਾਂ ਮੈਂ ਇਸ ਦੇ ਉੱਤੇ ਰੋਕ ਲਾ ਦਿੰਦਾ। ਜੀ ਤੁਸੀਂ ਆਪਣਾ ਦੱਸੋ ਵਿਚਾਰ, ਕਮੇਟੀ ਬਣਾ ਲੈਣੇ ਆ, ਤੁਸੀਂ ਬੰਦੇ ਦਿਓ, ਮੈਂ ਆਪਣੇ ਮੰਤਰਾਲੇ ਦੇ ਬੰਦੇ ਪਾਉਣਾ, ਤੇ ਇਸ ਤੋਂ ਬਾਅਦ ਜਿਹੜਾ ਕੋਈ ਹੋਰ ਕਾਨੂੰਨ ਬਣਾਉਣਾ ਫਿਰ ਉਸ ਹਿਸਾਬ ਨਾਲ ਆਪਾਂ ਗੱਲ ਕਰਾਂਗੇ। ਤੇ ਇਹ ਚੰਗਾ ਨਹੀਂ ਹੁੰਦਾ ਇਸ ਤਰੀਕੇ ਨਾਲ ਜੇ ਗੱਲ ਹੁੰਦੀ ਤਾਂ। ਜੀ ਪਰ ਨਹੀਂ ਕੀਤੀ। ਠੀਕ ਹੈ, ਉਹਨਾਂ ਨੇ ਦਿਖਾਵਿਆ ਜ਼ਰੂਰ ਕੀਤਾ। ਖੈਰ ਚਲੋ ਉਹਨਾਂ ਦੀ ਸ਼ਰਧਾ ਸੀਗੀ। ਤੇ ਫਿਰ ਮੈਂ ਇਸ ਗੱਲ ਨੂੰ ਹੋਰ ਵੀ ਜੋੜਨਾ ਚਾਹੁੰਦਾ ਵੀ ਇਹ 2014 ਤੋਂ ਪ੍ਰਧਾਨ ਮੰਤਰੀ ਬਣੇ ਆ ਜੀ, ਤੇ ਸ਼ਹੀਦੀ ਪੁਰਬ ਤਾਂ ਹਰ ਸਾਲ ਮਨਾਇਆ ਜਾਂਦਾ, ਤੇ ਗੁਰਦੁਆਰਾ ਰਕਾਬਗੰਜ ਵੀ, ਗੁਰਦੁਆਰਾ ਸੀਸਗੰਜ ਵੀ। ਆਹ ਹੀ ਮੌਕਾ ਇਹਨਾਂ ਨੇ ਚੁਣਿਆ ਉੱਥੇ ਗੁਰੂ ਘਰ ਜਾਣ ਦਾ, ਬਹੁਤ ਵਧੀਆ ਚੁਣਿਆ ਸੀਗਾ। ਇਸ ਮੌਕੇ 'ਤੇ ਜਾਣ ਦਾ ਜਿਹੜਾ ਉਹਨਾਂ ਨੇ ਇਹ ਆਪਸ਼ਨ ਲਈ ਆ ਜਾਂ ਜੋ ਫੈਸਲਾ ਕੀਤਾ ਬਹੁਤ ਵਧੀਆ ਸੀਗਾ। ਉਹਨੂੰ ਇਸਤੇਮਾਲ ਤਾਂ ਕਰਦੇ ਉਸ ਮੌਕੇ ਦਾ, ਤਾਂ ਬਹੁਤ ਚੰਗਾ ਹੁੰਦਾ। ਇਹਨਾਂ ਨੂੰ ਪੰਜਾਬ ਦੇ ਜਿਹੜੇ ਪੰਜਾਬ ਵਾਸੀਆਂ ਨੇ ਇਹਨਾਂ ਦੇ ਸਿਰ 'ਤੇ ਚੁੱਕ ਲੈਣਾ ਸੀਗਾ, ਮੋਢਿਆਂ 'ਤੇ ਚੁੱਕ ਲੈਣਾ ਸੀਗਾ। ਜੀ ਪਰ ਇਹੋ ਜਿਹਾ ਉਹ ਕੰਮ ਕਰਕੇ ਰਾਜੀ ਨਹੀਂ ਜਿਹਦੇ ਨਾਲ ਕਿ ਉਹਨਾਂ ਦੀ ਜਿਹੜੀ ਕਿਸਾਨ ਭਰਾਵਾਂ ਦੇ ਵਿੱਚ ਬੱਲੇ ਬੱਲੇ ਹੋ ਜਾਏ। ਜੀ ਸੋ ਇਹ ਜਿਹੜੀ ਇਹਨਾਂ ਦੀ ਸੋਚ ਆ, ਉਹ ਜਾਂ ਤਾਂ ਇਹਨਾਂ ਦੀ ਨੀਤੀ ਤਾਂ ਪਹਿਲਾਂ ਖੋਟੀ ਆ, ਜਾਂ ਨੀਅਤ ਦੇ ਵਿੱਚ ਵੀ ਕਿਤੇ ਖੋਟ ਲੱਗਦੀ ਆ, ਜਿਹੜਾ ਇਹ ਕਿਸੇ ਤਰੀਕੇ ਨਾਲ ਪੰਜਾਬ ਔਰ ਹਰਿਆਣਾ ਦੇ ਕਿਸਾਨਾਂ ਨੂੰ ਇਹ ਗੱਲ ਸੁਣ ਕੇ ਰਾਜੀ ਨਹੀਂ ਆ, ਸਗੋਂ ਉਹਨਾਂ ਦੇ ਵਿੱਚ ਇਹੋ ਜਿਹੀ ਫੁੱਟ ਪਾ ਕੇ ਇਹੋ ਜਿਹੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ। ਮੈਂ ਟਿਕਰੀ ਬਾਰਡਰ ਤੋਂ ਵੀ ਜੋਗਿੰਦਰ ਸਿੰਘ ਉਗਰਾਹਾਂ ਹੁਣਾਂ ਨੂੰ ਤੇ ਸੁਖਦੇਵ ਸਿੰਘ ਕੋਕਰੀ ਕਲਾਂ ਹੁਣਾਂ ਨੂੰ ਸੁਣਦਾ ਸੀਗਾ। ਉਹ ਕਹਿੰਦੇ ਸਾਡੇ ਜਿਹੜੇ ਵਿਦੇਸ਼ਾਂ ਤੋਂ ਫੰਡ ਆਉਂਦੇ ਆ ਨਾ, ਉਹਨਾਂ 'ਤੇ ਵੀ ਹੁਣ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਆ। ਜੀ ਜਿਨ੍ਹਾਂ ਬੈਂਕਾਂ 'ਚ ਪੈਸੇ ਆਉਂਦੇ ਆ ਉਹਨਾਂ ਨੂੰ ਨੋਟਿਸ ਭੇਜਤਾ ਗਿਆ ਵੀ ਆਹ ਜਿਹੜੇ ਇਹਨਾਂ ਨੂੰ ਇਹਨਾਂ ਖਾਤਿਆਂ 'ਚ ਪੈਸੇ ਆਏ ਆ, ਇਹਦੇ ਬਾਰੇ ਦੱਸਿਆ ਜਾਵੇ, ਇਹ ਕਲੈਰੀਫਿਕੇਸ਼ਨ ਦਿੱਤੀ ਜਾਵੇ। ਜੀ ਸੋ ਇਹ ਤਰੀਕਾ ਉਹਨਾਂ ਨੂੰ ਬਜਾਏ ਅਸਦੀ ਕਿ ਉਸ ਦਾ ਹੱਲ ਕੱਢਿਆ ਜਾਵੇ, ਉਹਨੂੰ ਹੋਰ ਉਲਝਾ ਰਹੇ ਆ। ਜੀ ਇਸ ਇੱਦਾਂ ਕਰਨ ਨਾਲ ਕਿਸਾਨਾਂ ਦੇ ਵਿੱਚ ਜਿਹੜੇ ਪਹਿਲਾਂ ਹੀ ਗੁੱਸੇ 'ਚ ਬੈਠੇ ਆ, ਉਹ ਹੋਰ ਗੁੱਸਾ ਵੱਧਦਾ ਆ। ਪਰ ਸਦਕੇ ਜਾਈਏ ਉਹਨਾਂ ਦੇ ਜਿਨ੍ਹਾਂ ਨੇ ਹਜੇ ਵੀ ਸਿਦਕ, ਸਿਰੜ ਔਰ ਸਬਰ ਇੰਨਾ ਰੱਖਿਆ ਹੋਇਆ ਵੀ ਸਿੰਘੂ ਬਾਰਡਰ ਦੇ ਉੱਤੇ ਜਿੰਨੇ ਵੀ ਬੁਲਾਰੇ ਆ, ਉਹ ਨੌਜਵਾਨਾਂ ਨੂੰ ਇਹ ਪ੍ਰੇਰਿਤ ਕਰਦੇ ਆ ਬਈ ਭੁੱਲ ਜਾਇਓ ਜੇ ਕਿਸੇ ਦੇ ਮਗਰ ਗਏ ਤਾਂ। ਇੱਦਾਂ ਸਾਡੀ ਸਹੁੰ ਖਾ ਲਓ, ਆਪਣੇ ਮਾਪਿਆਂ ਦੀ ਸਹੁੰ ਖਾ ਲਓ ਵੀ ਕਿਸੇ ਤਰੀਕੇ ਨਾਲ ਕੋਈ ਹਿੰਸਾ ਦੇ ਵਿੱਚ ਤੁਹਾਡਾ ਨਾਂ ਤੱਕ ਨਹੀਂ ਆਉਣਾ ਚਾਹੀਦਾ। ਜੀ ਔਰ ਉਹਨਾਂ ਨੇ ਜਦ ਜਾ ਕੇ ਕਹਿੰਦਾ ਮੈਂ ਹੁਣੇ ਥੱਲੇ ਜਾ ਕੇ ਦੇਖ ਕੇ ਆਇਆ ਵੀ ਪਿੱਛੇ ਬੈਰੀਕੇਡਾਂ ਦੇ ਉੱਤੇ ਕੋਈ ਹਰਕਤ ਹੋ ਰਹੀ ਆ,
ਕੋਈ ਨੌਜਵਾਨ ਜਿਹੜੇ ਬੈਰੀਕੇਡਾਂ ਦੇ ਲੱਗੇ ਗਏ ਆ, ਤੁਹਾਨੂੰ ਕਹਿੰਦੇ ਸਹੁੰ ਆ ਜੇ ਬੈਰੀਕੇਡ ਦੇ ਕੋਲ ਚੱਲ ਗਏ ਤਾਂ ਫਿਰ ਦੇਖ ਲਿਓ। ਇਹੋ ਜਿਹਾ ਸਬਰ ਔਰ ਇਹੋ ਜਿਹਾ ਸ਼ਾਂਤਮਈ ਅੰਦੋਲਨ ਮੈਨੂੰ ਲੱਗਦਾ ਨਹੀਂ ਵੀ ਅੱਜ ਦੇ ਯਾਰ ਆਉਂਦੇ ਇਤਿਹਾਸ 'ਚ ਕਿਤੇ ਦੇਖਣ ਨੂੰ ਮਿਲੇਗਾ। ਤੇ ਜੇ ਫਿਰ ਵੀ ਸਰਕਾਰ ਇਹ ਸੋਚੇ ਵੀ ਪਤਾ ਨਹੀਂ ਇਹਨਾਂ ਦੇ ਕੋਲ ਫੰਡ ਆ ਰਹੇ ਆ ਜਾਂ ਇਹ ਕੀ ਵਰਤੋਂ ਕਰ ਰਹੇ ਆ, ਕਿੱਥੋਂ ਪੈਸਾ ਆ ਰਿਹਾ, ਉਹ ਕਰਨ ਵੀ ਕਿਉਂ ਨਾ। ਉੱਥੇ ਸਹੂਲਤਾਂ ਹੀ ਐਸਾ ਹੋ ਗਈਆਂ ਜੀ, ਉੱਥੇ ਲੋਕਾਂ ਨੇ ਜਿਮ ਲਾ ਦਿੱਤੇ ਜਾ ਕੇ। ਬਈ ਜਿਹਨੇ ਨੌਜਵਾਨ ਜਿਹੜੇ ਜਿਮ ਕਰਦੇ ਸੀ ਆਪਣੇ ਪਿੰਡਾਂ 'ਚ, ਉਹ ਉੱਥੇ ਜਿਮ ਕਰਦੇ ਆ। ਬਜ਼ੁਰਗ ਜਿਹੜੇ ਉੱਥੇ ਜਾ ਕੇ ਕਸਰਤ ਕਰਨ ਲੱਗ ਪਏ ਆ, ਜਿੰਮਾਂ ਖੋਲ੍ਹ ਦਿੱਤੀਆਂ। ਹੁਣ ਤਾਂ ਉੱਥੇ ਜਨਰੇਟਰ ਪਹੁੰਚ ਗਏ ਆ ਜੀ। ਮੈਂ ਤਾਂ ਇਹ ਵੀ ਦੇਖਿਆ ਉੱਥੇ ਜਨਰੇਟਰ ਪਹੁੰਚ ਗਏ ਆ। ਜੇ ਕਿਤੇ ਬਿਜਲੀ ਦਾ ਪ੍ਰਬੰਧ ਵੀ ਕਰਨਾ ਪਵੇ ਤਾਂ ਜਨਰੇਟਰ ਸਾਡੇ ਕੋਲ ਹੈਗਾ ਆ, ਜੇ ਬਿਜਲੀ ਸਰਕਾਰ ਬੰਦ ਵੀ ਕਰ ਦਊਗੀ ਤਾਂ। ਸੋ ਇਹੋ ਜਿਹੇ ਪ੍ਰਬੰਧਾਂ ਦੇ ਵਿੱਚ ਸਰਕਾਰ ਨੂੰ ਇਹਦੇ ਲਈ ਸੁਖਾਵਾਂ ਹੱਲ ਬਣਾਉਣ ਲਈ ਮਾਹੌਲ ਪੈਦਾ ਜ਼ਰੂਰ ਕਰਨਾ ਚਾਹੀਦਾ ਹੈ, ਜੋ ਕਰ ਨਹੀਂ ਰਹੀ ਉਹ ਜੀ। ਅੰਦੋਲਨ ਦੇ ਵਿੱਚ ਅਸੀਂ ਪਹਿਲੇ ਦਿਨ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਸਾਰੀਆਂ ਜ਼ਿੰਦਗੀ ਦੀਆਂ ਸਹੂਲਤਾਂ ਜਿਹੜੀਆਂ ਆ ਉੱਥੇ ਪੇਸ਼ ਹੋ ਗਈਆਂ ਆ, ਲੋਕਾਂ ਦੇ ਰਹਿਣ ਸਹਿਣ ਲਈ ਪ੍ਰਬੰਧ ਹੋ ਗਿਆ। ਪਰ ਫਿਰ ਵੀ ਜਿੰਨੀਆਂ ਮਰਜ਼ੀ ਸਹੂਲਤਾਂ ਆ ਜਾਣ, ਘਰ ਤੋਂ ਬਾਹਰ ਰਹਿਣਾ ਜਿਹੜਾ ਆ ਉਹ ਆਪਣੇ ਆਪ 'ਚ ਇੱਕ ਵੱਡੀ ਮੁਸ਼ਕਲ ਆ। ਇਹੋ ਜੀ ਬਾਕੀ ਚਰਚਾ ਤੇ ਵੀ ਕਰਦੇ ਹਾਂ ਜੀ ਗੱਲਬਾਤ, ਪਰ ਇੱਕ ਬ੍ਰੇਕ ਤੋਂ ਬਾਅਦ। ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕੀਤੀ ਸਰਕਾਰ ਕੀ ਕਰ ਰਹੀ ਆ ਤੇ ਮੋਦੀ ਸਾਹਿਬ ਦੇ ਨਤਮਸਤਕ ਹੋਣ ਦੀ ਵੀ ਅਸੀਂ ਗੱਲ ਕੀਤੀ, ਪਰ ਜਿਹੜਾ ਹੱਲ ਆ ਉਹ ਨਹੀਂ ਨਿਕਲ ਰਿਹਾ। ਬਹੁਤ ਲੰਬਾ ਸਮਾਂ ਹੋ ਗਿਆ ਸੰਘਰਸ਼ ਨੂੰ ਚੱਲਦਿਆਂ। ਹੁਣ ਜਿਹੜੀ ਅਗਲੀ ਰਣਨੀਤੀ ਆ ਉਹ ਕਿਸਾਨ ਅੰਦੋਲਨ ਦੇ ਜਿਹੜੇ ਮੋਢੀ ਨੇ ਉਹਨਾਂ ਵੱਲੋਂ ਕੀ ਅਪਣਾਈ ਜਾ ਰਹੀ ਹੈ ਤੇ ਕੀ ਫੈਸਲੇ ਹੋ ਰਹੇ ਨੇ ਹੁਣ? ਦੇਖੋ ਜੀ, ਸਰਕਾਰ ਜਿਹੜੀ ਹੁਣ ਇਸ ਗੱਲ ਤੇ ਆ ਗਈ ਆ, ਪਹਿਲੇ ਆਪ ਜੀ। ਪਹਿਲਾਂ ਤਾਂ ਆਪ ਸੱਦਾ ਦਿੰਦੀ ਹੁੰਦੀ ਸੀ ਕਿ ਆਹ ਤਰੀਕ ਸੱਦਾ, ਆਹ ਤਰੀਕ ਆ ਜਾਓ। 5 ਗੇੜ ਦੀ ਗੱਲਬਾਤ ਹੋ ਗਈ, 6ਵੇਂ ਗੇੜ ਦੀ ਗੱਲ ਮੁੜ ਕੇ ਠੱਪ ਹੋ ਗਈ। ਹੁਣ ਉਹਨਾਂ ਨੇ ਗੱਲ ਹੀ ਛੱਡ ਦਿੱਤੀ ਕਿਸਾਨਾਂ ਤੇ ਵੀ ਅਸੀਂ ਗੱਲਬਾਤ ਲਈ ਤਿਆਰ ਆ, ਤੁਸੀਂ ਤਰੀਕ ਦਿਓ। ਤੇ ਕਾਨੂੰਨ ਤੁਸੀਂ ਬਣਾਏ, ਥੋਪੇ ਤੁਸੀਂ ਗੱਲਬਾਤ ਲਈ ਤਿਆਰ ਨਹੀਂ ਤੇ ਅਗਲੇ ਨੂੰ ਕਹਿ ਰਹੇ ਤੁਸੀਂ ਤਰੀਕ ਦਿਓ। ਉਹ ਤਾਂ ਬੈਠੇ ਹੀ ਆ ਉੱਥੇ ਤੁਹਾਡੇ ਕੋਲ ਆ ਕੇ ਨੇੜੇ ਬੈਠੇ, ਉਹ ਗੱਲਬਾਤ ਲਈ ਬੈਠੇ ਆ। ਤੇ ਜੇ ਕਿੰਨਾ ਚੰਗਾ ਹੋਵੇ, ਉੱਥੋਂ ਕਈ ਗੱਲਾਂ ਉੱਠਦੀਆਂ ਮੈਂ ਦੇਖੀਆਂ ਜਿਹੜੀਆਂ ਉਹ ਸੁਣਦੇ ਆਪਾਂ। ਉਹ ਕਹਿੰਦੇ ਵੀ ਹੁਣ ਗੱਲ ਇੱਥੇ ਮੋਰਚੇ ਤੇ ਹੀ ਹੋਊਗੀ, ਵੀ ਤੁਹਾਡਾ ਬੰਦਾ ਕੋਈ ਉੱਥੇ ਮੰਤਰੀ ਤੁਹਾਡਾ ਇੱਥੇ ਆਵੇ ਤਾਂ ਫੇਰ ਹੀ ਗੱਲ ਕਰਾਂਗੇ। ਖੈਰ ਇੱਦਾਂ ਦੀ ਗੱਲ ਵੀ ਚਲੋ ਹੁੰਦੀ ਆ, ਪਰ ਅੜੀ ਜਿਹੜੀ ਆ ਉਹ ਸਰਕਾਰ ਦੀ ਉਹ ਰਵੱਈਆ ਜਿਹੜਾ ਉਹ ਹਮੇਸ਼ਾ ਇਹ ਕਿਤੇ ਨਾ ਕਿਤੇ ਜ਼ਰੂਰ ਠੇਸ ਪਹੁੰਚਾਉਂਦਾ ਆਮ ਬੰਦੇ ਨੂੰ, ਵੀ ਇਹੋ ਜਿਹਾ ਅੜੀਅਲ ਰਵੱਈਆ ਕਿਉਂ ਜੀ, ਤੇ ਕਿੰਨਾ ਚਿਰ ਹੋਰ। ਇੱਕ ਪਾਸੇ ਦਾ ਸੁਪਰੀਮ ਕੋਰਟ ਦਖਲ ਦੇ ਰਹੀ ਆ, ਉਹਦਾ ਕਹਿਣਾ ਹੋ ਰਿਹਾ, ਸਰਕਾਰ ਕੁਛ ਕਹਿ ਰਹੀ ਆ, ਉਹਦਾ ਕਹਿਣਾ ਹੋ ਰਿਹਾ। ਤੇ ਜਦ ਸੁਪਰੀਮ ਕੋਰਟ ਕਹਿ ਰਹੀ ਆ ਵੀ ਇਹਦਾ ਗੱਲਬਾਤ ਚੱਲਣੀ ਚਾਹੀਦੀ ਆ, ਤਾਂ ਤੁਸੀਂ ਜਦੋਂ ਅੱਗੇ ਵੀ ਤਾਂ ਉਹ ਤੁਹਾਡੇ ਗੱਲਬਾਤ ਦੇ ਰੱਖੀ ਉਹ ਡੇਟਾਂ ਉੱਤੇ ਆਏ ਆ ਗੱਲਬਾਤ ਕਰਨ ਲਈ ਜੀ, ਜਾਂ ਤੱਕ ਉਹ ਵੀ ਨਾ ਕਰਤੀ ਫਿਰ ਮੰਨਿਆ ਜਾਵੇ। ਤੁਹਾਡੀ ਰੱਖੀ ਉਹ ਤਰੀਕ ਤੇ ਹਮੇਸ਼ਾ ਪਹੁੰਚੇ ਆ, ਚਾਹੇ ਤੁਸੀਂ ਉਹਨਾਂ ਦਾ ਕੋਈ ਹੱਲ ਕੱਢਿਆ ਚਾਹੇ ਨਹੀਂ ਕੱਢਿਆ, ਉਹਨਾਂ ਦੀ ਗੱਲ ਸੁਣੀ ਜਾਂ ਨਹੀਂ ਸੁਣੀ। ਪਰ ਹੁਣ ਵੀ ਤੁਸੀਂ ਤਰੀਕ ਆਪ ਦੇ ਦਿਓ, ਆਪ ਨਹੀਂ ਦੇ ਰਹੇ। ਹੁਣ ਉਹ ਤਜਵੀਜ਼ ਦੁਬਾਰਾ ਭੇਜ ਰਹੇ, ਤੋਮਰ ਸਾਹਿਬ ਪੱਤਰ ਭੇਜ ਰਹੇ ਆ ਉਹਦੇ ਤਾਮੀਰ ਕਰਨ ਲਈ, ਉਹਦੇ ਤੇ ਪੜ੍ਹਨ ਲਈ ਪ੍ਰਧਾਨ ਮੰਤਰੀ ਸਾਹਿਬ ਅਪੀਲ ਕਰ ਰਹੇ ਆ। ਤੇ ਫਿਰ ਕਿਸਾਨਾਂ ਦਾ ਵੀ ਕਹਿਣਾ ਵੀ ਪੱਤਰ 'ਚ ਹੈ ਕੁਛ ਨਹੀਂ ਜੀ। ਜਿਹੜੀਆਂ ਗੱਲਾਂ ਸਾਨੂੰ ਉੱਥੇ ਅੰਦਰ ਮੀਟਿੰਗਾਂ ਦੇ ਬੈਠੀਆਂ ਦੱਸੀਆਂ ਜਾਂਦੀਆਂ ਰਹੀਆਂ ਵੀ ਆਹ ਹੋਊਗਾ, ਇੱਦਾਂ ਹੋਊਗਾ, ਫਾਇਦੇ ਹੋਣਗੇ, ਇਹ ਹੋਊਗੇ, ਉਹੀ ਗੱਲਾਂ ਹੁਣ ਪੱਤਰ ਦੇ ਵਿੱਚ ਵਾਰ-ਵਾਰ ਕਰਨ ਡਏ। ਕੋਈ ਨਵੀਂ ਚੀਜ਼ ਤਾਂ ਹੈ ਨਹੀਂ ਜੀ। ਸੋ ਉਹਨਾਂ ਨੇ ਜਿਹੜੀ ਕੱਲ੍ਹ ਮੀਟਿੰਗ ਕੀਤੀ ਸੀ ਉਹਦੇ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਠੋਸ ਸੋਲੂਸ਼ਨ ਦੱਸੋ, ਫਿਰ ਅਸੀਂ ਗੱਲਬਾਤ ਲਈ ਤੁਹਾਡੇ ਨਾਲ ਮੁੱਕਰਦੇ ਨਹੀਂ, ਨਾ ਹੀ ਗੱਲਬਾਤ ਤੋਂ ਦੌੜਦੇ ਆ, ਪਰ ਸਾਨੂੰ ਕੋਈ ਠੋਸ ਸੋਲੂਸ਼ਨ ਤਾਂ ਲੱਭੇ। ਚਲੇ ਗਏ, ਮੀਟਿੰਗ ਕੀਤੀ 2 3 4 5 ਘੰਟੇ 6 ਘੰਟੇ ਬਹਿ ਗਏ, ਆ ਕੇ ਮੁੜ ਕੇ ਗੱਲ ਉੱਥੇ ਆ ਗਈ ਯੈਸ ਔਰ ਨੋ, ਤੁਸੀਂ ਮੰਨਣ ਨੂੰ ਤਿਆਰ ਨਹੀਂ ਤਾਂ ਅਸੀਂ ਉਹ ਕਾਨੂੰਨ ਵਾਪਸ ਕਰਨ ਤੋਂ ਬਗੈਰ ਜਾਣ ਨੂੰ ਤਿਆਰ ਨਹੀਂ ਜੀ। ਤੇ ਗੱਲ ਉੱਥੇ ਆ ਜਾਂਦੀ ਆ ਵੀ ਜਦੋਂ ਉਹ ਮਨਸ਼ਾ ਲੈ ਕੇ ਤੁਰੇ ਆ, ਜਿਸ ਗੱਲ ਨੂੰ ਇੱਕ ਮੰਜ਼ਿਲ ਬਣਾ ਕੇ ਇੱਕ ਟੀਚਾ ਬਣਾ ਕੇ ਤੁਰੇ ਆ, ਤੇ ਵੀ ਉਹ ਟੀਚੇ ਤੋਂ ਪਿੱਛੇ ਹਟਣਾ ਵੀ ਉਹਨਾਂ ਲਈ ਮੁਮਕਿਨ ਨਹੀਂ ਆ ਹੁਣ ਜੀ। ਅੱਗੇ ਤਾਂ ਅਸੀਂ ਕਿਸਾਨ ਆਗੂ ਸਿਰਫ 40 ਜਥੇਬੰਦੀਆਂ ਦੇ, ਤੇ ਹੁਣ ਉੱਥੇ ਪਤਾ ਨਹੀਂ ਕਿੰਨਾ ਕੁ ਆਪਣਾ ਪੰਜਾਬ ਦਾ ਮਲਕ ਇਕੱਠਾ ਹੋ ਗਿਆ। 1.5-2 ਲੱਖ ਆਮ ਗਿਣਤੀ ਕਹੀ ਜਾਂਦੀ ਆ, ਜਿਹਦੇ ਵਿੱਚ ਕੁਝ ਚਲੇ ਜਾਂਦੇ ਆ ਤਾਂ ਦੁੱਗਣੇ ਤਿਗਣੇ, ਜੇ ਵਾਪਸ ਕੋਈ ਆਉਂਦੇ ਤਾਂ ਦੁੱਗਣੇ ਤਿਗਣੇ ਉੱਥੇ ਪਹੁੰਚ ਵੀ ਜਾਂਦੇ ਆ ਜੀ। ਸੋ ਇਹੋ ਜਿਹੇ ਹਾਲਾਤ ਵਿੱਚ ਜਦੋਂ ਸਾਰੀ ਦੁਨੀਆ ਜੁੜ ਜਾਵੇ, ਫਿਰ ਇੱਕ ਰਾਜ ਨਹੀਂ, ਉਹਦੇ ਵਿੱਚ ਹਰਿਆਣਾ, ਰਾਜਸਥਾਨ, ਯੂਪੀ, ਮਹਾਰਾਸ਼ਟਰ, ਹੁਣ ਤੇ ਕੇਰਲਾ ਦੇ ਵਿਧਾਨ ਸਭਾ ਨੇ ਵੀ ਇਹਦੇ ਖਿਲਾਫ ਮਤਾ ਪਾਉਣ ਲਈ ਇਜਲਾਸ ਬੁਲਾ ਲਿਆ ਜੀ। ਤੇ 2-3 ਰਾਜ ਤਾਂ ਪਹਿਲਾਂ ਹੀ ਕਰ ਚੁੱਕੇ ਆ, ਜਿਹਨੂੰ ਇਹ ਕਹਿੰਦੇ ਵੀ ਕਾਂਗਰਸ ਰਾਜ ਸੀਗੇ, ਤੇ ਕੇਰਲਾ ਵਿੱਚ ਤਾਂ ਹੈ ਹੀ ਕਾਮਰੇਡਾਂ ਦਾ ਰਾਜ ਆ ਜੀ। ਉਹਨਾਂ ਨੇ ਵੀ ਹੁਣ ਬੁੱਧਵਾਰ ਨੂੰ ਉਹਨਾਂ ਨੇ ਇਜਲਾਸ ਬੁਲਾਉਣਾ ਕੱਲ੍ਹ ਨੂੰ, ਤਾਂ ਉਹਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਪਾਸ ਕਰਨਾ। ਸੋ ਇਹੋ ਜਿਹੀ ਜਿਹੜੀ ਗੱਲ ਆ ਦੇਸ਼ ਪੱਧਰ ਤੇ ਕੌਮੀ ਪੱਧਰ ਤੇ ਅੰਦੋਲਨ ਬਣਦਾ ਜਾ ਰਿਹਾ, ਬਣ ਗਿਆ ਹੋਇਆ। ਸੁਪਰੀਮ ਕੋਰਟ ਵੀ ਮੰਨ ਰਿਹਾ ਵੀ ਇਹ ਕੌਮੀ ਅੰਦੋਲਨ ਬਣਦਾ ਜਾ ਰਿਹਾ, ਵੀ ਇਹਦਾ ਹੱਲ ਜਲਦੀ ਆ। ਤੇ ਸਰਕਾਰ ਨੂੰ ਕੋਈ ਚਿੰਤਾ ਦਿਖਾਈ ਨਹੀਂ ਦਿੰਦੀ ਸਾਨੂੰ ਵੀ ਉਹ ਇਹਦੇ ਪ੍ਰਤੀ ਕੋਈ ਚਿੰਤਤ ਆ। ਉਹ ਆਪਣੇ ਕੰਮਾਂ 'ਚ ਲੱਗੀ ਆ, ਚਾਹੇ ਉਹ ਬੰਗਾਲ ਦੀਆਂ ਚੋਣਾਂ ਜਿੱਤਣ ਵੱਲ ਨੂੰ ਹੋਵੇ, ਤੇ ਚਾਹੇ ਕੋਈ ਹੋਰ ਨਗਰ ਨਿਗਮ ਦੀਆਂ ਚੋਣਾਂ ਹੋਣ, ਚਾਹੇ ਕਿਸੇ ਤਰ੍ਹਾਂ ਦੀਆਂ ਚੋਣਾਂ ਹੋਣ। ਉਹਨਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਵੀ ਉੱਥੇ ਜਿਹੜੇ ਛੋਟੇ ਛੋਟੇ ਬੱਚੇ ਲੈ ਕੇ ਮਾਵਾਂ ਭੈਣਾਂ ਜਿਹੜੀਆਂ ਬਜ਼ੁਰਗ ਮਾਤਾਵਾਂ ਬੈਠੀਆਂ ਆ, ਵੀ ਉਹਨਾਂ ਦਾ ਕੀ ਹਾਲ ਹੋਊਗਾ। ਯਾਰ ਇੱਕ ਦਿਨ ਆ ਕੇ ਬੈਠਣ ਤਾਂ ਸਹੀ ਉੱਥੇ ਜੀ। ਇਹਨਾਂ ਨਾਲ ਇੱਕ ਰਾਤ ਗੁਜ਼ਾਰ ਕੇ ਦਿਖਾਲ ਦੇਣ ਤੁਹਾਡੇ ਮੰਤਰੀ ਸਾਰੇ ਜਿਹੜੇ
ਜੀ ਤੇ ਉਹ ਮੰਨ ਜਾਣਗੇ ਕਿਸਾਨ ਵੀ ਹਾਂ ਵੀ ਇਹ ਸਾਡੇ ਨਾਲ ਦੇ ਆ, ਪਰ ਇਹਨਾਂ ਹੌਸਲਾ ਨਹੀਂ ਹੈਗਾ ਉਹਨਾਂ ਕੋਲ ਜਿਹੜਾ ਹੌਸਲਾ ਇਹਨਾਂ ਕੋਲ ਆ। ਨਾਲ ਦੀ ਨਾਲ ਇੱਕ ਬੜੀ ਦੁਖਦਾਈ ਗੱਲ ਹੋਰ ਵੀ ਆਈ ਆ ਉੱਥੇ ਵੀ ਆਪਾਂ ਬਾਬਾ ਰਾਮ ਸਿੰਘ ਉਹਨਾਂ ਨੂੰ ਸੁਣਿਆ ਸੀਗਾ ਵੀ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀ ਗੋਲੀ ਮਾਰ ਕੇ। ਤੇ ਇੱਕ ਕਿਸਾਨ ਹੋ ਰਿਹਾ ਤਰਨਤਾਰਨ ਇਲਾਕੇ ਦੇ ਜਿਹੜੇ ਸਰਾਲੀ ਕਲਾਂ ਦੇ ਵਿੱਚ ਪੈਂਦਾ, ਉੱਥੋਂ ਦੇ ਇੱਕ ਜਥੇਦਾਰ ਉਹਨਾਂ ਨੇ ਵੀ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਖੈਰ ਉਹਨਾਂ ਨੂੰ ਸਲਾਮਤ ਰੱਖੇ, ਹਾਲੇ ਠੀਕ ਠਾਕ ਨੇ, ਉਹ PGI ਰੋਹਤਕ 'ਚ ਦਾਖਲ ਨੇ। ਪਰ ਇਹ ਰੁਝਾਨ ਜਿਹੜਾ ਆ ਮੈਂ ਆਪ ਆਪਣੇ ਨਿੱਜੀ ਤੌਰ ਤੇ ਕਹਿਣਾ ਚਾਹਾਂਗਾ ਵੀ ਇਹ ਰੁਝਾਨ ਠੀਕ ਨਹੀਂ ਹੈ, ਕਿਉਂਕਿ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਪਾਂ ਦੇਖੀਏ ਤਾਂ ਬਰਨਾਲੇ ਇਲਾਕੇ ਦਾ ਸ਼ਾਇਦ ਸੀਗਾ ਕਿ ਇੱਧਰਲੇ ਮਾਲਵੇ ਇਲਾਕੇ ਦਾ ਸੀ ਇੱਕ ਮੁੰਡਾ ਜਿਹੜਾ ਛੋਟੀ ਉਮਰ ਦਾ ਬੱਚਾ, ਉਹ ਉੱਥੋਂ ਦਿੱਲੀੋਂ ਮੋਰਚੇ ਤੋਂ ਆ ਕੇ ਤਾਂ ਉਹਨੇ ਆਪਣੇ ਆਪ ਜਾਨ ਗਵਾ ਲਈ ਉਹਨੇ ਜੀ। ਇਹ ਰੁਝਾਨ ਜਿਹੜਾ ਆ ਮੈਂ ਅੱਗੇ ਵੀ ਕਿਹਾ ਵੀ ਪੰਜਾਬੀਆਂ ਦੀ ਜਿਹੜੀ ਕੌਮ ਆ ਜੂਝਣ ਵਾਲੀ ਆ, ਖੁਦਕੁਸ਼ੀਆਂ ਕਰਨ ਵਾਲੀ ਨਹੀਂ। ਠੀਕ ਆ, ਬਹੁਤ ਵੱਡੀਆਂ ਪਰੇਸ਼ਾਨੀਆਂ ਝੱਲੀਆਂ, ਬਹੁਤ ਵੱਡੇ ਮੁਸ਼ਕਲਾਂ ਹਾਲਾਤਾਂ ਦੇ ਸਾਹਮਣਾ ਕਰਦੇ ਰਹੀ ਆ ਇਹ ਪੰਜਾਬੀ ਕੌਮ। ਤੇ ਜੇ ਆਪਾਂ ਇਹੋ ਜਿਹੇ ਹਾਲਾਤ ਵਿੱਚ ਆਪਾਂ ਦਿਲ ਡੋਲ ਜਾਵਾਂਗੇ ਤਾਂ ਉੱਥੇ ਦੁਨੀਆ ਕਿੰਨੀ ਬੈਠੀ ਆ ਜੀ। ਸੋ ਉਹਨਾਂ ਦਾ ਖਿਆਲ ਕਰਕੇ ਮੈਂ ਬਾਰ-ਬਾਰ ਇਹੀ ਅਪੀਲ ਕਰਾਂਗਾ ਵੀ ਖੁਦਕੁਸ਼ੀ ਜਿਹੜਾ ਕਿਸੇ ਕਿਸਮ ਦੇ ਵੀ ਮਸਲੇ ਦਾ ਹੱਲ ਨਹੀਂ ਹੈਗਾ। ਇਹਦਾ ਹੱਲ ਇਹੀ ਆ ਵੀ ਉੱਥੇ ਜਿੰਨਾ ਚਿਰ ਬੈਠੇ ਆ ਸ਼ਾਂਤਮਈ ਤਰੀਕੇ ਨਾਲ ਦਬਾਅ ਬਣਾ ਕੇ ਰੱਖੋ ਸਰਕਾਰ ਤੇ। ਇਹ ਨਹੀਂ ਪਰ ਨਹੀਂ ਮੰਨੂਗੀ, ਇੱਕ ਦਿਨ ਆਊਗਾ ਜ਼ਰੂਰ ਜਦੋਂ ਸਰਕਾਰ ਨੂੰ ਵੱਡੀਆਂ ਸਰਕਾਰਾਂ ਮੰਨ ਗਈਆਂ ਤਾਂ ਫਿਰ ਇਹੋ ਜਿਹੇ ਜਦੋਂ ਜ਼ੋਰ ਪੈ ਜਾਏ, ਤੁਹਾਡਾ ਦਬਾਅ ਪੈ ਜਾਏ। ਹੁਣ ਦੇਖੋ ਪਹਿਲਾਂ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ ਇੱਕ ਦਿਨ ਲਈ ਜੀ, ਹੁਣ ਉਹਨਾਂ ਨੇ ਲੜੀਵਾਰ ਸ਼ੁਰੂ ਕਰਤਾ ਜੀ। ਵੀ ਰੋਜ਼ਾਨਾ 11 ਜਿਹੜੇ ਕਿਸਾਨ ਆਗੂ ਆ ਉਹ ਮੰਚ ਤੇ 24 ਘੰਟੇ ਲਈ ਭੁੱਖ ਹੜਤਾਲ ਕਰਨਗੇ ਜੀ। ਦੇਖੋ ਇਹਦੇ ਵਿੱਚ ਇੱਕ ਹੋਰ ਬੜੀ ਮਜ਼ੇਦਾਰ ਔਰ ਦਿਲਚਸਪ ਗੱਲ ਪਿਆ। ਇੱਕ ਪਾਸੇ ਦਾ ਅੰਨਦਾਤਾ ਜਿਹੜਾ ਉਹ ਦੇਸ਼ ਦਾ ਢਿੱਡ ਭਰਦਾ ਜੀ, ਦੂਜੇ ਪਾਸੇ ਉਹ ਤੁਹਾਡੇ ਆਪਣੇ ਹੱਕਾਂ ਲਈ ਤੁਹਾਡੇ ਸਾਹਮਣੇ 24 ਘੰਟੇ ਲਈ ਭੁੱਖੇ ਰਹਿ ਕੇ ਆਪਣਾ ਗੁਜ਼ਾਰਾ ਕਰ ਰਿਹਾ। ਤਾਂ ਉੱਥੇ ਇਹਨਾਂ ਨੂੰ ਅਹਿਸਾਨਮੰਦ ਨਹੀਂ ਹੋਣਾ ਚਾਹੀਦਾ ਵੀ ਇਹ ਬੰਦੇ ਤਾਂ ਸਾਡਾ ਢਿੱਡ ਭਰਨ ਵਾਲੇ ਆ ਸਾਰੇ ਦੇਸ਼ ਦਾ, ਆਪ ਇਹਨਾਂ ਨੂੰ ਅਸੀਂ ਭੁੱਖੇ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ। ਸੋ ਇਹਨਾਂ ਦੇ ਕਿਤੇ ਵੀ ਤਰ੍ਹਾਂ ਦਾ ਐਸਾ ਪ੍ਰਭਾਵ ਦੇਖਣ ਨੂੰ ਹਜੇ ਤੱਕ ਨਹੀਂ ਮਿਲਦਾ ਸਰਕਾਰ ਦਾ। ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਉਹ ਵੱਖਰੀ ਗੱਲ ਆ, ਪਰ ਜੋ ਅੱਜ ਤੱਕ ਦਾ ਪ੍ਰਭਾਵ ਆ 26 ਨਵੰਬਰ ਤੋਂ ਲੈ ਕੇ ਜੇ ਅੱਜ ਆਪਾਂ ਦੇਖੀਏ ਤਾਂ 22 ਦਸੰਬਰ ਹੋ ਗਈ ਆ, 4-5 ਦਿਨ ਹੋ ਰਿਹਾ, ਇੱਕ ਮਹੀਨਾ ਹੋਣ ਵਾਲਾ, ਬਹੁਤ ਲੰਮਾ ਸਮਾਂ ਹੁੰਦਾ ਆ। ਇਹ ਜਿਹੜੀ ਠੰਡ ਵੀ ਵਧੀ ਜਾ ਰਹੀ ਆ ਤਾਂ ਹੌਸਲੇ ਵੀ ਵਧੀ ਜਾ ਰਹੇ ਆ। ਇਸ ਦੇ ਨਾਲ ਹੀ ਜਿਹੜੇ ਮੰਚ ਤੋਂ ਵੀ ਉਹਨਾਂ ਦਾ ਜਿਹੜਾ ਸੰਬੋਧਨ ਕਰਦੇ ਆ ਆਪਾਂ, ਇਹਦੇ ਨਾਲ ਜੇ ਆਪਾਂ ਖੁਦਕੁਸ਼ੀ ਦੀ ਗੱਲ ਕੀਤੀ ਆ, ਇਹਦੇ ਵਿੱਚ ਹੋਰ ਵੀ ਗੱਲਾਂ ਆ। 40 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁੱਕੀ ਆ, ਚਾਹੇ ਉਹ ਹਾਦਸਿਆਂ ਦੇ ਵਿੱਚ ਆ, ਚਾਹੇ ਉਹ ਦਿਲ ਦਾ ਦੌਰਾ ਪੈਣ ਨਾਲ ਆ, ਚਾਹੇ ਉਹ ਠੰਡ ਨਾਲ ਆ ਜੀ। ਹਾਦਸਿਆਂ ਦੀ ਜਿਹੜੀ ਆ ਉਹ ਜ਼ਿਆਦਾ ਖਤਰਨਾਕ ਗੱਲ ਆ, ਕਿਉਂਕਿ ਬੀਤੇ ਦਿਨ ਵੀ ਇੱਕ ਐਸਾ ਹਾਦਸਾ ਹੋਇਆ ਜਿਹੜਾ ਕਿ ਬਹੁਤ ਹੀ ਖਤਰਨਾਕ ਸੀ। ਉਹ ਪਰਮਾਤਮਾ ਦੀ ਮਿਹਰ ਨਾਲ ਹੀ ਉਹ ਬਚਾਅ ਹੋ ਗਿਆ। ਉਹ ਗੱਡੀ ਪੂਰੀ ਦੀ ਪੂਰੀ ਥੱਲੇ ਕੈਂਟਰ ਦੇ ਹੇਠਾਂ ਵੜ ਗਈ। ਉਹ ਪਟਿਆਲੇ ਲਾਗੇ ਰਾਜਪੁਰੇ ਲਾਗੇ ਹੋਇਆ ਐਕਸੀਡੈਂਟ। ਇਹ ਜਿਹੜਾ ਐਕਸੀਡੈਂਟ ਦਾ ਇਹ ਖਤਰਾ ਆ, ਉਹਨਾਂ ਨੇ ਜਿਹੜੇ ਉੱਥੇ ਆਗੂ ਬੋਲਦੇ ਪਏ ਸੀ ਉਹਨਾਂ ਨੇ ਵੀ ਇਹ ਕਿਹਾ ਵੀ ਜਿਨ੍ਹਾਂ ਨੇ ਵੀ ਕਿਸਾਨਾਂ ਨੇ ਇੱਥੇ ਮੋਰਚੇ 'ਚ ਆਉਣਾ ਆ ਘੱਟੋ ਘੱਟ ਹਫ਼ਤੇ ਦਾ ਸਮਾਂ ਲੈ ਕੇ ਆਉਣ ਜੀ। ਇਹ ਨਹੀਂ ਵੀ ਤੁਸੀਂ ਅੱਜ ਆਏ ਤਾਂ ਕੱਲ੍ਹ ਨੂੰ ਮੁੜ ਗਏ ਜਾਂ ਪਰਸੋਂ ਨੂੰ ਮੁੜ ਗਏ। ਉਹ ਫਿਰ ਜਦੋਂ ਆਪਾਂ ਲਗਾਤਾਰ ਸੜਕਾਂ ਤੇ ਰਵਾਂਗੇ ਨਾ ਤਾਂ ਫਿਰ ਉਹ ਖਤਰਾ ਜਿਹੜਾ ਹਾਦਸਿਆਂ ਦਾ ਬਣਿਆ ਰਹੂਗਾ। ਬਹੁਤ ਚੰਗੀ ਗੱਲ ਆ, ਸਿਆਣੀ ਗੱਲ ਆ ਉਹਨਾਂ ਦੀ ਵੀ ਜੇ ਕਿਸੇ ਨੇ ਆਉਣਾ ਆ ਤਾਂ 2, 4, 5, 7 ਦਿਨ ਰਹਿ ਕੇ ਥੋੜ੍ਹਾ ਜਿਹਾ ਉੱਥੇ ਵੀ ਆਰਾਮ ਮਿਲ ਜਾਏ, ਥੋੜ੍ਹਾ ਜਿਹਾ ਘੁੰਮ ਫਿਰ ਲਵੇ, ਤਕਰੀਰਾਂ ਸੁਣ ਲਵੇ, ਜੋਸ਼ ਪਤਾ ਲੱਗ ਜਾਂਦਾ ਕਿੱਦਾਂ ਦਾ ਆ, ਫਿਰ ਹੀ ਅਗਲਾ ਜਾ ਕੇ ਦੱਸਣ ਵਾਲਾ ਬਣਦਾ ਵੀ ਮੈਂ ਉੱਥੋਂ ਆਇਆ। ਤੇ ਜੇ ਮੇਰੇ ਵਰਗਾ ਅੱਜ ਗਿਆ ਕੱਲ੍ਹ ਪਰਸੋਂ ਮੁੜਿਆ ਆਵੇ ਤਾਂ ਫਿਰ ਉਹ ਤਾਂ ਸੜਕਾਂ ਤੇ ਰਹੂਗਾ ਤਾਂ ਫਿਰ ਕੁਦਰਤੀ ਆ ਵੀ ਕਿੰਨੀ ਕੁ ਬੰਦਾ ਡਰਾਈਵਿੰਗ ਕਰ ਲਏਗਾ। ਉਹ ਹਾਦਸੇ ਤੋਂ ਬਚਣਾ ਚਾਹੀਦਾ ਆ, ਖੁਦਕੁਸ਼ੀਆਂ ਤੋਂ ਬਚਣਾ ਚਾਹੀਦਾ ਆ। ਮੰਜ਼ਿਲ ਜ਼ਰੂਰ ਮਿਲਦੀ ਹੁੰਦੀ ਹੈ ਜਦੋਂ ਕਿਸੇ ਆਪਾਂ ਕੰਮ ਨੂੰ ਤੁਰ ਪਈਏ, ਹੱਥ ਪਾ ਲਈਏ। ਤਾਂ ਮੈਨੂੰ ਉਮੀਦ ਨਹੀਂ ਵੀ ਪੰਜਾਬੀਆਂ ਨੂੰ ਕਦੇ ਕੋਈ ਇਹੋ ਜਿਹਾ ਕੰਮ ਮੰਜ਼ਿਲ ਨਹੀਂ ਮਿਲੀ ਹੋਵੇ, ਉਹ ਸਰ ਕਰਕੇ ਹੀ ਹਟਦੇ ਹੁੰਦੇ ਆ ਜੀ। ਸ਼ੇਰਗਿੱਲ ਸਾਹਿਬ ਬਿਲਕੁਲ ਤੁਸੀਂ ਸਹੀ ਦੱਸਿਆ। ਕਈ ਵਾਰ ਆਪਣਾ ਜਿਹੜਾ ਮਾਨਸਿਕਤਾ ਆ ਉਹ ਇਦਾਂ ਦੀ ਹੋ ਜਾਂਦੀ ਆ ਕਿ ਅਸੀਂ ਉਸ ਦਬਾਅ ਨੂੰ ਝੱਲ ਨਹੀਂ ਪਾਉਂਦੇ, ਜਦ ਕਿ ਅਸੀਂ ਉੱਥੇ ਇਸ ਕਰਕੇ ਪਹੁੰਚੇ ਹਾਂ ਸਾਰੇ ਇਕੱਠੇ ਹੋ ਕੇ ਕਿ ਸਰਕਾਰ ਤੇ ਅਸੀਂ ਦਬਾਅ ਬਣਾ ਕੇ ਰੱਖੀਏ ਤਾਂ ਜੋ ਸਾਡੀ ਜਿਹੜੀ ਸਮੱਸਿਆ ਉਹਦਾ ਹੱਲ ਹੋ ਸਕੇ। ਜੇ ਕਿਸੇ ਨੂੰ ਕਿਸੇ ਵੇਲੇ ਇਦਾਂ ਦੀ ਕੋਈ ਪਰੇਸ਼ਾਨੀ ਆਉਂਦੀ ਵੀ ਤੇ ਉਹ ਕਿਸੇ ਨਾਲ ਗੱਲ ਕਰੇ, ਬਜਾਏ ਇਸ ਦੇ ਕਿ ਉਹ ਆਪਣੇ ਆਪ ਨੂੰ ਖਤਮ ਕਰਨ ਲਈ ਜਾਂ ਕੋਈ ਹੋਰ ਜਿਹੜੀ ਨਕਾਰਾਤਮਕ ਸੋਚ ਆ ਉਹਦੇ ਆਪਣੇ ਅੰਦਰ ਪੈਦਾ ਹੋਣ ਦੇਵੇ। ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਬੜੇ ਆਦੀ ਸਮੇਂ ਤੋਂ, ਬੜੇ ਪੁਰਾਣੇ ਸਮੇਂ ਤੋਂ ਅਸੀਂ ਦੇਖਦੇ ਹਾਂ ਕਿ ਵਿਰੋਧ ਦਾ ਬੜਾ ਕਾਰਗਰ ਤਰੀਕਾ ਰਿਹਾ ਹੈ ਕਿ ਆਪਣੇ ਆਪ ਨੂੰ ਤੁਸੀਂ ਇੱਕ ਮੰਚ ਦੇ ਉੱਤੇ, ਇੱਕ ਜਗ੍ਹਾ ਦੇ ਉੱਤੇ ਰੱਖ ਕੇ ਇਹ ਗੱਲ ਦੱਸਦੇ ਹਾਂ ਸਰਕਾਰ ਨੂੰ ਜਾਂ ਸਮੇਂ ਦੇ ਆਪਣੇ ਵਿਰੋਧ ਦਰਸਾਉਂਦੇ ਹਾਂ ਕਿ ਅਸੀਂ ਤੁਹਾਡੇ ਜ਼ੁਲਮ ਨੂੰ ਨਾ ਸਹਿੰਦੇ ਹੋਏ ਤੇ ਇੱਕ ਭੁੱਖ ਹੜਤਾਲ ਲਈ ਬੈਠੇ। ਇਹਦੇ ਨਾਲ ਹੋਰ ਕੀ ਰਣਨੀਤੀਆਂ ਅਪਣਾਈਆਂ ਨੇ ਜੀ? ਦੇਖੋ ਜੀ, ਉਹ ਕਿਸਾਨਾਂ ਨੇ ਵੀ ਨਾ ਪ੍ਰਧਾਨ ਮੰਤਰੀ ਮੋਦੀ ਹੋਣਾ ਦੀ ਤਰਜ਼ ਤੇ ਹੀ ਜਵਾਬ ਦੇਣ ਦਾ ਫੈਸਲਾ ਕੀਤਾ ਆ। ਤੁਹਾਨੂੰ ਯਾਦ ਹੋਊਗਾ ਕਰੋਨਾ ਦੇ ਕਾਲ ਦੇ ਵਿੱਚ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿੱਚ ਕਿਹਾ ਸੀਗਾ ਵੀ ਥਾਲੀਆਂ ਖੜਕਾਇਓ ਸ਼ਾਮ ਦੇ ਵੇਲੇ ਜੀ। ਸੋ ਇਹਨਾਂ ਨੇ ਵੀ ਉਹ ਰਣਨੀਤੀ ਅਪਣਾਈ ਆ। ਜਿਹੜੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਅਗਲੇ ਐਤਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ ਕਰਨਗੇ ਜੀ, ਉਦੋਂ ਤੁਸੀਂ ਸਾਰੇ ਦੇਸ਼ 'ਚ ਥਾਲੀਆਂ ਖੜਕਾਉਣੀਆਂ।
ਜੀ। ਸੋ ਇਹ ਜਿਹੜਾ ਇਹਨਾਂ ਦਾ ਰਣਨੀਤੀ ਉਧਰ ਨੂੰ ਤੁਰ ਪਈ ਆ ਵੀ ਜਿੱਦਾਂ ਤੁਸੀਂ ਕਰਦੇ ਰਹੇ ਤੁਹਾਡੇ ਵਾਲੇ ਤਰਜ਼ ਤੇ ਹੀ ਅਸੀਂ ਜਵਾਬ ਦੇਣਾ ਜੀ। ਫਿਰ ਨਾਲ ਦੀ ਨਾਲ ਇਹਨਾਂ ਨੇ ਹੁਣ ਕਿਹਾ ਵੀ 3 ਦਿਨ ਜਿਹੜਾ ਆ 25 26 27 ਨੂੰ ਹਰਿਆਣੇ ਦੇ ਟੋਲ ਪਲਾਜ਼ੇ ਪੂਰੇ ਫ੍ਰੀ ਕਰ ਦੇਣੇ ਆ ਜੀ। ਹਾਲਾਂਕਿ ਜਿਹੜੇ ਕਿਸਾਨ ਪੰਜਾਬ ਤੋਂ ਜਾਂਦੇ ਆ ਉਹਨਾਂ ਦਾ ਉੱਥੇ ਟੋਲ ਲੱਗਦਾ ਨਹੀਂ ਹੈਗਾ, ਪਰ ਉਹਨਾਂ ਨੇ ਦਬਾਅ ਪਾਉਣ ਲਈ ਵੀ ਬਾਕੀ ਵੀ ਕਿਸੇ ਤੋਂ ਟੋਲ ਨਹੀਂ ਲਿਆ ਜਾਵੇ, ਇਸ ਤਰੀਕੇ ਨਾਲ ਉਹਨਾਂ ਨੇ ਉਹ ਖਤਮ ਹੀ ਕਰ ਦੇਣਾ 3 ਦਿਨ ਵਾਸਤੇ ਪੂਰਾ ਟੋਲ ਪਲਾਜ਼ਾ ਜਿਹੜਾ ਹੈ ਫ੍ਰੀ ਕਰ ਦੇਣਾ ਹਰਿਆਣੇ ਦੇ ਵਿੱਚ। ਇਹਦੇ ਨਾਲ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ ਜਾ ਸਕਦੀ ਆ, ਕਿਉਂਕਿ ਦਬਾਅ ਜਿੰਨਾ ਬਣਦਾ ਉਨਾ ਹੀ ਥੋੜਾ ਆ। ਇਹਦੇ ਨਾਲ ਹੋਰ ਗੱਲ ਮੈਂ ਕਰਾਂ ਵੀ ਆਪਣੇ ਜਿਹੜੇ ਹਰਿਆਣੇ ਦੇ ਆ ਗੁਰਨਾਮ ਸਿੰਘ ਚੜੂਨੀ ਹੋਣੀ ਆ, ਉਹ ਬਿਹਾਰ ਵਿੱਚ ਜਾ ਕੇ ਵੀ ਆਪਣਾ ਜਿਹੜਾ ਸਮਰਥਨ ਹਾਸਲ ਕਰਨ ਲਈ ਉੱਥੇ ਵੀ ਮੀਟਿੰਗਾਂ ਕਰ ਰਹੇ ਆ। ਕੱਲ੍ਹ ਵੀ ਉੱਥੇ ਕਿਸਾਨ ਆਗੂਆਂ ਨੂੰ ਉੱਥੋਂ ਦੇ ਮਿਲੇ ਆ, ਜਿੱਥੇ ਨਿਤੀਸ਼ ਕੁਮਾਰ ਕਹਿ ਰਹੇ ਪਏ ਸਾਡੇ ਜਿਹੜੇ ਸਟੇਟ ਦਾ ਕਿਸਾਨ ਬਹੁਤ ਖੁਸ਼ਹਾਲ ਆ ਜੀ। ਉੱਥੇ ਉਹਨਾਂ ਨੇ ਸਮਰਥਨ ਜਤਾਉਣ ਦਾ ਕੰਮ। ਸੋ ਇਹ ਜਿਹੜੀ ਹੁਣ ਅੰਦੋਲਨ ਇਹਨਾਂ ਨੇ ਠੀਕ ਹੈ ਉੱਥੇ ਬੈਠੇ ਜ਼ਰੂਰ ਆ, ਪਰ ਜਿਹੜਾ ਪੂਰੇ ਦੇਸ਼ ਦੇ ਵਿੱਚੋਂ ਆਪ ਮੁਹਾਰੇ ਸਮਰਥਨ ਮਿਲਦਾ ਉਹ ਠੀਕ ਹੈ ਮਿਲ ਰਿਹਾ ਆ, ਪੂਰੀ ਜ਼ੋਰ ਸ਼ੋਰ ਨਾਲ ਮਿਲ ਰਿਹਾ, ਪਰ ਆਪਣੇ ਤੌਰ ਤੇ ਵੀ ਇਹਨਾਂ ਨੇ ਵੱਖ-ਵੱਖ ਸਟੇਟਾਂ 'ਚ ਜਾ ਕੇ ਇਹੋ ਜਿਹਾ ਸਮਰਥਨ ਜਤਾਉਣ ਦੀ ਕੋਸ਼ਿਸ਼ ਆਰੰਭ ਦਿੱਤੀ ਆ। ਸੋ ਇਹ ਹੜਤਾਲ ਦਾ ਜਿਹੜਾ ਕੰਮ ਆ, ਭੁੱਖ ਹੜਤਾਲ ਦਾ ਆ, ਇਹ ਆਮ ਬੰਦੇ ਕਹਿੰਦੇ ਸੀ ਇਹਦੇ ਨਾਲ ਕੀ ਹੋਊਗਾ, ਇਹ ਇੱਕ ਸੰਕੇਤ ਹੁੰਦਾ ਨਿਜ਼ਾਮ ਨੂੰ ਦੱਸਣ ਦਾ ਜੀ ਵੀ ਅਸੀਂ ਇਸ ਕੰਮ ਲਈ ਜੇ ਅਸੀਂ ਅੰਨਦਾਤਾ ਹਾਂ ਤੁਹਾਨੂੰ ਖਵਾ ਵੀ ਸਕਦੇ ਤਾਂ ਅਸੀਂ ਆ ਭੁੱਖੇ ਰਹਿ ਕੇ ਤੁਹਾਡੇ ਤੇ ਇਹ ਪ੍ਰੈਸ਼ਰ ਵੀ ਬਣਾ ਸਕਦਾ ਵੀ ਦੇਖੋ ਤੁਹਾਡੇ ਲਈ ਆਪਣੇ ਹੱਕਾਂ ਲਈ ਇਸ ਤਰੀਕੇ ਨਾਲ ਅਸੀਂ ਕਿੱਦਾਂ ਦੇ ਅੰਦੋਲਨ ਕਰ ਰਹੇ ਆ, ਤੁਹਾਡੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕਦੀ। ਸੋ ਦਬਾਅ ਪਾਉਣ ਲਈ ਰਣਨੀਤੀ ਜਿਹੜੀ ਆ ਉਹ ਕਿਸਾਨਾਂ ਦੀ ਰੋਜ਼ਾਨਾ ਮੀਟਿੰਗ ਹੋ ਰਹੀ ਆ। ਸੁਪਰੀਮ ਕੋਰਟ ਦੀ ਜਾਣ ਦੀ ਵੀ ਗੱਲ ਕਰ ਰਹੇ ਆ ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਪੱਖ ਮੰਗਿਆ ਇਹਨਾਂ ਦਾ, ਸੋ ਉਹਦੇ ਲਈ ਵੀ ਰਣਨੀਤੀ ਤਿਆਰ ਹੋ ਰਹੀ ਆ ਜੀ। ਇਹ ਬਹੁਤ ਚੰਗੀ ਗੱਲ ਹੈ। ਅਸੀਂ ਪਹਿਲਾਂ ਵੀ ਆਪਣੇ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਸੀ ਕਿ ਕਿਸਾਨਾਂ ਨੂੰ ਜਿਹੜੀ ਜਥੇਬੰਦੀਆਂ ਇਹਨਾਂ ਨੂੰ ਚਾਹੀਦਾ ਕਿ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਇਸ ਚੀਜ਼ ਨੂੰ ਲੋਕਾਂ ਨੂੰ ਲੈ ਕੇ ਅਵੇਅਰ ਕੀਤਾ ਜਾਵੇ, ਜਾਗਰੂਕ ਕੀਤਾ ਜਾਵੇ, ਤਾਂ ਜੋ ਜਿਹੜਾ ਅੰਦੋਲਨ ਆ ਉਹਦਾ ਜਿਹੜਾ ਦਬਾਅ ਆ ਉਹ ਹੋਰ ਵੱਧ ਸਕੇ। ਬਿਲਕੁਲ ਜੀ, ਬਿਲਕੁਲ ਜੀ। ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਜੀ, ਕੁਝ ਦੇਰ ਬਾਅਦ ਮਿਲਦੇ ਹਾਂ ਇਸੇ ਪ੍ਰੋਗਰਾਮ ਵਿੱਚ। ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀ ਕਿਸਾਨ ਅੰਦੋਲਨ ਦੀ, ਤੇ ਸੁਪਰੀਮ ਕੋਰਟ ਦੇ ਵਿੱਚ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਚਰਚਾ, ਤੇ ਮੁੜ ਕੇ ਉਹ ਡਿਵੀਜ਼ਨਲ ਬੈਂਚ ਤੇ ਪਹੁੰਚੀ ਹੈ ਜੀ। ਵੋਕੇਸ਼ਨ ਬੈਂਚ ਦੀ ਗੱਲ ਸੀ, ਕੀ ਹੋਇਆ ਉਹਦੇ 'ਚ? ਇਹਦੇ ਵਿੱਚ ਵੀ ਮੈਂ ਕਿਸਾਨਾਂ ਦਾ ਜਿਹੜਾ ਪੱਖ ਸੁਣਿਆ ਉੱਥੇ ਬੋਲਦਿਆਂ ਦਾ, ਉਹ ਕਹਿੰਦੇ ਭਈ ਅਸੀਂ ਸੁਪਰੀਮ ਕੋਰਟ 'ਚ ਜਾ ਕੇ ਰਾਜੀ ਨਹੀਂ ਸੀਗੇ ਜੀ। ਸਾਡੀ ਇੱਕ ਜਥੇਬੰਦੀ ਨੇ ਕੁਝ ਸਮਾਂ ਪਹਿਲਾਂ ਜਦੋਂ ਸ਼ੁਰੂਆਤ ਵਿੱਚ ਗਲਤੀ ਕਰਤੀ ਸੀਗੀ, ਉਹਨੂੰ ਅਸੀਂ ਕਾਫੀ ਦੇਰ ਤੱਕ ਨਹੀਂ ਨਾਲ ਰਲਾਇਆ ਸੀ, ਪਰ ਹੁਣ ਨਾਲ ਰਲ ਗਏ, ਉਹਨਾਂ ਨੇ ਵਾਪਸ ਲੈ ਲਈ ਸੀ। ਉਹ ਇਹ ਗਲਤੀ ਅਸੀਂ ਕਰਨੀ ਚਾਹੁੰਦੇ ਨਹੀਂ ਸੀ, ਕਿਉਂ ਸਰਕਾਰ ਕਹਿੰਦੀ ਆ ਵੀ ਇਹ ਸੁਪਰੀਮ ਕੋਰਟ ਕੋਰਟਾਂ ਦੇ ਚੱਕਰ 'ਚ ਸਾਨੂੰ ਉਲਝਾਉਣਾ ਚਾਹੁੰਦੀ ਆ, ਉਹ ਜਿਹੜਾ ਚੱਕਰ ਲੰਮਾ ਪੈ ਜਾਣਾ, ਅਸੀਂ ਜਾਣਾ ਨਹੀਂ ਸੀ ਚਾਹੁੰਦੇ, ਪਰ ਹੁਣ ਸਰਕਾਰ ਨੇ ਬਦੋ ਬਦੀ ਸਾਨੂੰ ਸੁਪਰੀਮ ਕੋਰਟ ਜਾਣ ਲਈ ਖਿੱਚ ਕੇ ਲਿਆ ਕੇ ਮਜਬੂਰ ਕਰਤਾ ਜੀ। ਹੁਣ ਜਦੋਂ ਸੁਪਰੀਮ ਕੋਰਟ ਨੇ ਕਿਹਾ ਵੀ ਪੱਖ ਰੱਖਣ ਲਈ, ਤਾਂ ਅਸੀਂ ਉਹਦੇ ਤੋਂ ਭੱਜ ਵੀ ਨਹੀਂ ਸਕਦੇ। ਗੱਲ ਵੀ ਉਹਨਾਂ ਦੀ ਸਹੀ ਆ, ਵਕੀਲਾਂ ਨਾਲ ਰਾਏ ਚੱਲਦੀ ਪਈ ਆ, ਤੇ ਉਹਦੇ ਵਿੱਚ ਉਹਨਾਂ ਨੇ ਆਪਣਾ ਪੱਖ, ਉਹ ਕਹਿੰਦੇ ਸਾਡਾ ਪੱਖ ਜਿਹੜਾ ਆ ਉਹ ਕਾਨੂੰਨਾਂ ਬਾਰੇ ਨਹੀਂ ਹੋਊਗਾ ਜੀ। ਕਾਨੂੰਨਾਂ ਬਾਰੇ ਤਾਂ ਸਾਡੀ ਲੜਾਈ ਸਰਕਾਰ ਨਾਲ ਆ, ਉਹ ਸਰਕਾਰ ਤੋਂ ਵਾਪਸ ਕਰਵਾ ਕੇ ਰਵਾਂਗੇ। ਉੱਥੇ ਪੱਖ ਰੱਖਣਾ ਜਿਹੜਾ ਸੁਪਰੀਮ ਕੋਰਟ 'ਚ ਪਟੀਸ਼ਨ ਗਈ ਆ ਬਈ ਇਹ ਧਰਨੇ ਚੁਕਾ ਦਿਓ, ਰਾਹ ਪੱਧਰਾ ਕਰੋ, ਹਾਈਵੇ ਖਾਲੀ ਕਰੋ, ਉਹਦੇ ਸੰਬੰਧੀ ਅਸੀਂ ਪੱਖ ਰੱਖਣਾ ਵੀ ਸਾਡਾ ਇਹ ਅਧਿਕਾਰ ਆ, ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਬੈਠੇ, ਸਾਨੂੰ ਕਿਸੇ ਨੂੰ ਅਸੀਂ ਪਰੇਸ਼ਾਨੀ ਕਰਨ ਦਾ ਸਾਡਾ ਕੋਈ ਮੰਤਵ ਨਹੀਂ ਹੈਗਾ। ਸਾਡੇ ਵੱਲੋਂ ਅੱਜ ਇਹ ਕਹਿ ਦੇਣ ਵੀ ਕਾਨੂੰਨ ਵਾਪਸ ਆ, ਅਸੀਂ 1 ਮਿੰਟ ਲਾਵਾਂਗੇ, ਇਹ ਧਰਨਾ ਇੱਥੇ ਲੱਭੂ ਕੋਈ ਨਾ, 1 ਮਿੰਟ 'ਚ ਚੱਲ ਜਾਵਾਂਗੇ, ਪਰ ਸਾਨੂੰ ਇਹ ਸਰਕਾਰ ਨੇ ਇਸ ਤਰੀਕੇ ਨਾਲ ਮਜਬੂਰ ਕਰਤਾ। ਸੋ ਉਹ ਪੱਖ ਰੱਖਣਾ। ਉਹਦੇ ਵਿੱਚ ਇੱਕ ਗੱਲ ਹੋਰ ਵੀ ਬਹੁਤ ਵੱਡੀ ਕਹੀ ਸੀ ਉਹਨਾਂ ਨੇ, ਬਈ ਸਾਡੇ ਕੋਲ ਜਿਹੜਾ ਆ ਵਿਦੇਸ਼ਾਂ ਤੋਂ ਵੀ, ਦੇਸ਼ 'ਚੋਂ ਵੀ, ਪੰਜਾਬ ਤੋਂ ਵੀ ਹਰੇਕ ਜਿਹੜਾ ਕਿਸਾਨੀ ਨੂੰ ਪਿਆਰ ਕਰਦਾ ਆ, ਉਹਦੇ ਵੱਲੋਂ ਵੱਡੀ ਪੱਧਰ 'ਤੇ ਜਿਹੜਾ ਉਹ ਚੰਦਾ, ਡੋਨੇਸ਼ਨ, ਪੈਸਾ ਮਾਇਆ ਆ ਰਹੀ ਆ। ਅਤੇ ਉਹਨਾਂ ਨੇ ਉੱਥੋਂ ਹੀ ਐਲਾਨ ਕੀਤਾ ਬਈ ਇਹ ਜਿਹੜੀ ਪੈਸਾ ਆ ਇਹ ਮਤ ਜਾਣਿਓ ਪਏ ਇਹ ਕਿਸੇ ਤਰੀਕੇ ਨਾਲ ਗਲਤ ਇਸਤੇਮਾਲ ਹੋਊਗਾ ਇਹਦਾ। ਅਸੀਂ ਜਿਹੜਾ ਸੁਪਰੀਮ ਕੋਰਟ 'ਚ ਪੱਖ ਲੜਨਾ, ਜਾ ਕੇ ਜਿਹੜਾ ਪੱਖ ਪੇਸ਼ ਕਰਨਾ, ਉਹਦੇ ਲਈ ਵੀ ਲੜਾਈ ਲੜਨੀ ਆ, ਤਾਂ ਉਹਦੇ ਲਈ ਵਕੀਲਾਂ ਲਈ ਪੈਸਾ ਵੀ ਸਾਨੂੰ ਚਾਹੀਦਾ ਆ, ਉਹ ਵੀ ਅਸੀਂ ਇਹਦੇ ਵਿੱਚੋਂ ਹੀ ਖਰਚਾਂਗੇ। ਅਗਲੀ ਗੱਲ ਕਹਿੰਦੇ ਅੱਜ ਖਤਮ ਹੋ ਜਾਏ ਅੰਦੋਲਨ, ਕੱਲ੍ਹ ਹੋ ਜਾਏ, ਮਹੀਨੇ ਨੂੰ, 6 ਮਹੀਨੇ ਨੂੰ, ਜਦੋਂ ਵੀ ਅੰਦੋਲਨ ਖਤਮ ਹੋ ਗਿਆ, ਜਿੰਨੇ ਪੈਸੇ ਸਾਡੇ ਕੋਲ ਬਚਣਗੇ ਜਾਂ ਜਿੰਨੇ ਉਦੋਂ ਤੱਕ ਆਏ ਹੋਣਗੇ, ਖੁਦਾ ਨਾ ਖਾਸਤਾ ਕਹਿੰਦੇ ਕੋਈ ਇਹੋ ਜਿਹੇ ਲੋਕ ਜਿਹੜੇ ਜਾਨਾਂ ਗਵਾ ਚੁੱਕੇ ਆ ਇਸ ਅੰਦੋਲਨ ਖਾਤਰ, ਅਸੀਂ ਉਹਨਾਂ ਦੇ ਪਰਿਵਾਰਾਂ ਤੱਕ ਉਹ ਪੈਸਾ ਕੱਲਾ ਪਹੁੰਚਾਵਾਂਗੇ ਜੀ। ਇਹ ਵੀ ਬਹੁਤ ਵੱਡੀ ਗੱਲ ਆ, ਕਿਉਂਕਿ ਆਮ ਜਿਹੜੀ ਲੜਾਈ ਆ ਕਿਸੇ ਅੰਦੋਲਨ ਨੂੰ ਦੇ ਵਿੱਚ ਉਹ ਪੈਸੇ ਕਰਕੇ ਹੁੰਦੀ ਆ, ਪਰ ਇਹ ਬਹੁਤ ਤਰੀਕੇ ਨਾਲ, ਸੰਗਠਿਤ ਤਰੀਕੇ ਨਾਲ, ਸਲਾਹ ਮਸ਼ਵਰੇ ਨਾਲ ਚੱਲ ਰਹੇ ਆ, ਇਸੇ ਲਈ ਹਜੇ ਤੱਕ ਕਾਮਯਾਬ ਆ। ਠੀਕ ਆ, ਉੱਥੇ ਬਹੁਤ ਵੱਡੀ ਪੱਧਰ 'ਤੇ ਇੱਕ ਹੋਰ ਜਿਹੜੀ ਵੱਡੀ ਪੱਧਰ 'ਤੇ ਪੈਸਾ ਵੀ ਆ ਰਿਹਾ, ਸਮਾਨ ਵੀ ਆ ਰਿਹਾ, ਜੋ ਨਾ ਸੋ ਮਤਲਬ ਉੱਥੇ ਸਹੂਲਤਾਂ ਦਾ ਕੋਈ ਅੰਤ ਨਹੀਂ। ਹੁਣ ਵਿਦੇਸ਼ਾਂ ਤੋਂ ਵੀ, ਮੈਂ ਅਜੇ ਕੱਲ੍ਹ ਹੀ ਮੀਡੀਆ 'ਚ ਖਬਰ ਪੜ੍ਹੀ ਸੀ ਕਿ ਇੱਕ ਦਿੱਲੀ ਚੱਲੋ ਮੁਹਿੰਮ NRIਆਂ ਨੇ ਉੱਥੇ ਆਰੰਭ ਦਿੱਤੀ ਆ ਜੀ, ਜਿਹਦੇ ਲਈ 30 ਦਸੰਬਰ ਨੂੰ ਇੱਕ ਜਹਾਜ਼
ਚਾਹੇ ਭਰ ਕੇ ਕਹਿ ਲਓ, ਚਾਹੇ ਉਹਦੇ ਬਹੁਤ ਗਿਣਤੀ ਜਿਹੜੇ ਪੰਜਾਬੀ ਪਿਆਰੇ ਆ, ਪੰਜਾਬੀ ਭਾਈ ਆ ਆਪਣੇ ਜਿਹੜੇ, ਉਹ ਆ ਰਹੇ ਆ ਔਰ ਉਹ ਸਿੰਘੂ ਬਾਰਡਰ ਤੇ ਸਿੱਧਾ ਹੀ ਪਹੁੰਚਣਗੇ ਜੀ। ਉੱਥੇ ਉਹਨਾਂ ਨੇ ਬਹੁਤ ਵੱਡੇ ਵੱਡੇ ਐਲਾਨ ਕਰਨੇ ਆ ਕਿਸਾਨਾਂ ਸੰਬੰਧੀ। ਉਹਨਾਂ ਦਾ ਜਿਹੜਾ ਜਿੱਥੋਂ ਤੱਕ ਮੈਂ ਪੜ੍ਹਿਆ ਜਾਂ ਸੁਣਿਆ ਉਹ ਇਹੀ ਆ ਵੀ ਅਸੀਂ ਉੱਥੇ ਇਹ ਦੱਸਾਂਗੇ ਬਈ ਪਹਿਲੀ ਗੱਲ ਤਾਂ ਕਿਸਾਨਾਂ ਨੂੰ ਖੁਦਕੁਸ਼ੀ ਨਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਜਾਵੇਗੀ। ਜੇ ਕਿਸੇ ਦੇ ਕੋਈ ਹਾਲਾਤ ਬਹੁਤ ਜ਼ਿਆਦਾ ਮਾੜੇ ਵੀ ਆ ਤੇ ਉਹਨੂੰ ਇਹ ਅਪੀਲ ਕੀਤੀ ਜਾਊਗੀ ਵੀ ਸਾਡੇ ਤੱਕ ਪਹੁੰਚ ਕਰੋ, ਅਸੀਂ ਉਹਨੂੰ ਸਹੀ ਤਰੀਕੇ ਨਾਲ ਸਹੀ ਘਰ ਤੱਕ ਜਿੰਨਾ ਵੀ ਮਦਦ ਪਹੁੰਚਦੀ ਹੋ ਸਕਦੀ ਕਰਾਂਗੇ। ਇਹ ਵੀ ਬਹੁਤ ਵੱਡਾ ਉਪਰਾਲਾ। ਦੇਖੋ ਜਾਗਰੂਕਤਾ ਕਿਸ ਹੱਦ ਤੱਕ ਫੈਲ ਗਈ ਆ, ਮਤਲਬ ਇਹ ਇਕੱਲਾ ਅੰਦੋਲਨ ਕਾਨੂੰਨਾਂ ਤੱਕ ਸੀਮਤ ਨਹੀਂ ਰਹਿ ਗਿਆ। ਜੇ ਕਾਨੂੰਨ ਵਾਪਸ ਲੈਣ ਤੱਕ ਸੀਮਤ, ਜਿਹੜਾ ਹੱਕ ਲੈਣ ਦੇ ਅਧਿਕਾਰਾਂ ਦੀ ਗੱਲ ਹੈ ਉੱਥੇ ਤੱਕ ਸੀਮਤ ਨਹੀਂ ਰਹਿ ਗਿਆ। ਇਹ ਉਦੋਂ ਗਾਹਾਂ ਚੱਲ ਗਿਆ ਵੀ ਜਿਹੜੀ ਵਿਦੇਸ਼ਾਂ 'ਚ ਵੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਵਿੱਚ ਜਾਗਰੂਕਤਾ ਆ ਗਈ ਆ ਵੀ ਅਸੀਂ ਪੰਜਾਬ ਦੇ ਕਿਸਾਨਾਂ ਲਈ, ਪੰਜਾਬ ਲਈ ਕੁਝ ਕਰਨਾ ਆ। ਜੀ ਸ਼ੇਰਗਿੱਲ ਸਾਹਿਬ, ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਅਸੀਂ ਸਰਕਾਰ ਦੇ ਇਸ ਦਮਨਕਾਰੀ ਨੀਤੀ ਦਾ ਇਹ ਫਾਇਦਾ ਹੋਇਆ, ਅਸੀਂ ਉਹਦਾ ਧੰਨਵਾਦ ਵੀ ਕੀਤਾ ਕਿ ਪੰਜਾਬ ਸਾਰਾ ਇਕਜੁੱਟ ਹੋ ਗਿਆ। ਬਿਲਕੁਲ ਜੀ, ਬਿਲਕੁਲ ਇਕਜੁੱਟ ਹੋ ਗਿਆ। ਇਹਦੇ ਵਿੱਚ ਇਕਜੁੱਟ ਪੰਜਾਬ ਦੇ ਨਾਲ ਹਰਿਆਣੇ ਦੇ ਵੀ ਇਕਜੁੱਟ ਹੋਏ ਆ। ਅਸੀਂ ਹਰ ਵਾਰ ਦੇਖਦੇ ਹਾਂ ਕਿ ਹਰ ਬੁਰੇ ਦੇ ਵਿੱਚੋਂ ਵੀ ਕੁਝ ਨਾ ਕੁਝ ਚੰਗਾ ਉਪਜਦਾ। ਪਰ ਇਹਦੇ ਵਿੱਚ ਦੇਖੋ ਗੱਲ ਹੋਰ ਆਉਂਦੀ ਨਾ, ਹਰਿਆਣੇ ਵਾਲੇ ਫੇਰ ਉਹ ਭਾਜਪਾ ਵਾਲੇ ਭੜਕਾਉਣ ਨੂੰ ਫਿਰਦੇ ਆ। ਹੁਣ ਮੁੱਖ ਮੰਤਰੀ ਸਾਹਿਬ ਖੱਟਰ ਸਾਹਿਬ ਵੀ ਕਹਿਣ ਲੱਗ ਪਏ ਸੀਗਾ ਵੀ SYL ਨਹਿਰ ਮੰਗੋ ਜੀ, ਤੇ ਉਹ ਫਿਰ ਹਰਿਆਣੇ ਵਾਲੇ ਸਾਫ਼ ਕਹਿੰਦੇ ਭਾਈ ਜਦੋਂ ਸਾਡੇ ਕੋਲ ਜ਼ਮੀਨ ਹੀ ਨਹੀਂ ਹੋਈ ਖੇਤੀ ਕਰਨ ਲਈ ਤਾਂ ਪਾਣੀ ਇਹਨੂੰ ਕਿਹਨੂੰ ਲਾਉਣਾ ਸੀ ਜੀ। ਤੇ ਫਿਰ ਕੋਲ ਬੈਠਾ ਜਿਹੜਾ ਭਾਈ ਆਪਣਾ ਪੰਜਾਬ ਦਾ ਕਿਸਾਨ ਭਾਈ ਕਹਿੰਦਾ ਪਾਣੀ ਯਾਰ ਤੇਰਾ ਮੇਰਾ ਕੋ ਵੰਡਿਆ ਗੱਲੇ ਕੋਈ ਨਹੀਂ, ਪਾਣੀ ਨਹਿਰਾ ਬਹਾ ਦਿਆਂਗੇ, ਤੂੰ ਗੱਲ ਕਰ ਜਦੋਂ ਕਹੇਗਾ। ਮਤਲਬ ਕਹਿਣ ਦਾ ਸਰਕਾਰ ਦਾ ਫੁੱਟ ਪਾਉਣ ਦਾ ਤਰੀਕਾ ਜਿਹੜਾ ਉਹ ਇਸ ਤਰੀਕੇ ਨਾਲ ਪਏ। ਹੁਣ ਜਿਹੜਾ ਇੱਕਦਮ ਖਟਾਈ 'ਚ ਪਿਆ ਹੋਇਆ ਮਾਮਲਾ ਸੁਪਰੀਮ ਕੋਰਟ 'ਚ ਚੱਲਣ ਡਿਆ, ਠੀਕ ਹੈ, SYL ਦਾ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ, ਉਹਨੂੰ ਹੁਣ ਦੁਬਾਰਾ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਸ ਅੰਦੋਲਨ ਨੂੰ ਖਤਮ ਕਿਸੇ ਤਰ੍ਹਾਂ ਕੀਤਾ ਜਾਵੇ ਤੇ SYL ਨੂੰ ਉਭਾਰ ਕੇ ਤੇ ਮੁੜ ਕੇ ਇਹਨਾਂ 'ਚ ਲੜਾਈ ਕਰਾਈ ਜਾਵੇ। ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਲੋਕ ਭਾਵਨਾਵਾਂ ਭਾਵੇਂ ਹਰਿਆਣੇ ਤੇ ਪੰਜਾਬ ਦੇ ਨੇੜੇ ਹੋਈਆਂ ਹੋਣਗੀਆਂ, ਪਰ ਜਿਹੜੀ ਸਿਆਸਤ ਆ ਉਹਨੇ ਤੇ ਫੁੱਟ ਪਾਈ ਜਾਣੀ। ਬਿਲਕੁਲ, ਤਾਂ ਹੀ ਤਾਂ ਉੱਥੇ ਵੀ ਉਹ ਫਤਿਆਬਾਦ ਇਹਨਾਂ ਦੀ ਹੱਥੋਂ ਪਾਈ ਹੋ ਕੇ ਉੱਥੋਂ ਭਜਾਏ ਸੀਗੇ ਇਹਨਾਂ ਨੂੰ, ਜਿਹੜੇ ਭੁੱਖ ਹੜਤਾਲ ਕਰਨ ਚੱਲੇ ਸੀ ਭਾਜਪਾ ਵਾਲੇ। ਜੀ, ਇਸ ਮੁੱਦੇ ਨੂੰ ਜਿਹੜੀ ਹਰਿਆਣਾ ਸਰਕਾਰ ਆ ਉਹ ਜ਼ਰੂਰ ਉਭਾਰੇਗੀ। ਸ਼ੇਰਗਿੱਲ ਸਾਹਿਬ, ਆਪਾਂ ਇਸ ਤੋਂ ਬਾਅਦ ਹੁਣ ਗੱਲ ਕਰੀਏ ਪੱਛਮੀ ਬੰਗਾਲ ਦੇ ਵਿੱਚ ਵੀ ਚੋਣਾਂ ਹੋਣ ਵਾਲੀਆਂ ਤੇ BJP ਨੇ ਉੱਥੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕਿਹੋ ਜਿਹਾ ਘਟਨਾਕ੍ਰਮ ਚੱਲਦਾ ਜੀ ਉੱਥੇ? ਦੇਖੋ ਜੀ, ਮੈਂ ਤਾਂ ਕੀ ਤੁਸੀਂ ਵੀ ਨਹੀਂ ਕਦੇ ਸੁਣਿਆ ਹੋਊਗਾ ਵੀ ਸਿਆਸਤ ਦੇ ਵਿੱਚ ਕੁੱਦਣ ਕਰਕੇ ਪਤੀ ਪਤਨੀ 'ਚ ਕਦੇ ਤਲਾਕ ਹੋਏਗਾ। ਅੱਛਾ ਜੀ। ਸੋ ਉੱਥੇ ਨੌਬਤ ਜਿਹੜੀ ਆ ਉਹ ਭਾਜਪਾ ਦੀ ਇਸ ਹੱਦ ਤੱਕ ਪਹੁੰਚ ਗਈ ਆ ਵੀ ਜੇ ਜਨਾਨੀ ਕਹਿੰਦੀ ਮੈਂ ਭਾਜਪਾ ਛੱਡ ਰਹੀ ਆ ਤੇ ਉਹਦਾ ਹਸਬੈਂਡ ਕਹਿੰਦਾ ਕੋਈ ਨਾ ਛੱਡ, ਫਿਰ ਮੈਂ ਤੈਨੂੰ ਛੱਡ ਰਿਹਾ। ਅੱਛਾ ਜੀ। ਸੋ ਇਹ ਦੋਨੇ ਹਸਬੈਂਡ ਵਾਈਫ ਭਾਜਪਾ ਦੇ ਵਿੱਚ ਸੀਗੇ, MP ਵੀ ਉਹ ਭਾਜਪਾ ਤੋਂ ਬਣਿਆ, ਪਰ ਉਹ ਬੰਦਾ ਜਿਹੜਾ ਆ ਥੋੜਾ ਸਮਾਂ ਪਹਿਲਾਂ ਤ੍ਰਿਣਮੂਲ ਕਾਂਗਰਸ ਮਤਲਬ ਮਮਤਾ ਦੀ ਪਾਰਟੀ ਚੋਂ ਹੀ ਛੱਡ ਕੇ 15-16 ਦੇ ਵਿੱਚ ਇਹਨਾਂ ਵਿੱਚ ਆਇਆ ਸੀ ਭਾਜਪਾ 'ਚ। ਉਹ MP ਬਣ ਗਿਆ। ਜਿਹੜੀ ਉਹਦੀ ਵਾਈਫ ਹੁਣ ਜਿਹੜੀ ਘਰ ਵਾਲੀ ਆ TMC ਜਾਣਾ ਚਾਹੁੰਦੀ ਆ, ਉਹਨੇ ਮੋਦੀ ਸਾਹਿਬ ਦੇ ਨਾਲ ਉੱਥੇ ਪ੍ਰਚਾਰ ਵੀ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਕੀਤਾ ਸੀਗਾ ਭਾਜਪਾ ਲਈ। ਅੱਛਾ ਜੀ। ਹੁਣ ਉਹਦਾ ਮਨ ਦੇਖੋ ਕਿੱਦਾਂ ਬਦਲਿਆ ਹੋਊਗਾ। ਉਹ ਕਹਿੰਦੇ ਇਹ ਤਾਂ ਝੂਠ ਦਾ ਪੁਲੰਦਾ ਆ, ਪੂਰੀ ਪਾਰਟੀ ਹੈ ਜੀ, ਪੈਰ ਤੇ ਝੂਠ ਬੋਲਦੀ ਆ ਇਹ ਪਾਰਟੀ, ਮੈਂ ਨਹੀਂ ਇਹਦੇ ਨਾਲ ਰਹਿ ਸਕਦੀ। ਸੋ ਉਹਨੇ ਕੱਲ ਤ੍ਰਿਣਮੂਲ ਕਾਂਗਰਸ ਸ਼ਮੂਲੀਅਤ ਕਰ ਲਈ ਆਪਣੇ ਆਪ ਨੂੰ, ਤੇ ਨਾਲ ਦੀ ਨਾਲ ਹੀ ਉਹਦੇ ਜਿਹੜੇ ਘਰ ਵਾਲੇ ਨੇ ਭਾਜਪਾ ਦਾ MP ਆ, ਉਹਨੇ ਨੋਟਿਸ ਭੇਜਤਾ ਵੀ ਮੈਂ ਤਲਾਕ ਦੇ ਰਿਹਾ। ਅੱਛਾ ਜੀ। ਸੋ ਉੱਥੇ ਜਿਹੜੀ ਗਹਿਮਾ ਗਹਿਮੀ ਇਸ ਕਦਰ ਵੱਧ ਗਈ ਆ ਵੀ ਘਰ ਵੀ ਟੁੱਟਣ ਲੱਗ ਪਏ ਆ। ਸੋ ਇਹ BJP ਵਾਲਿਆਂ ਨੂੰ ਥੋੜਾ ਜਿਹਾ ਖੈਰ ਕਰਨੀ ਚਾਹੀਦੀ ਆ ਮਾੜਾ ਮੋਟਾ ਤੇ। ਤੁਸੀਂ ਠੀਕ ਆ ਪਾਰਟੀ ਤੋੜਦੇ ਆ, ਸਰਕਾਰ ਤੋੜਦੇ ਆ, ਘੱਟੋ ਘੱਟ ਕਿਸੇ ਦਾ ਘਰ ਤਾਂ ਨਾ ਤੋੜੋ ਵੀ ਇਸ ਹੱਦ ਤੱਕ ਚੱਲ ਜਾਓ ਵੀ ਤੁਸੀਂ ਅਗਲੇ ਦਾ ਘਰ ਹੀ ਟੁੱਟ ਜਾਵੇ ਜੀ। ਤੋ ਇਹ ਜਿਹੜੀ ਸਿਆਸਤ ਹੈ ਇਹ ਬਹੁਤ ਹੀ ਗੁੰਝਲਦਾਰ ਔਰ ਨੀਵੇਂ ਪੱਧਰ ਦੀ ਹੋਣ ਲੱਗ ਪਈ ਆ ਜੀ। ਜਿੱਥੇ ਉਹਨਾਂ ਦੇ ਹੁਣ ਦੇਖੋ ਆਇਆ ਰਾਮ ਗਿਆ ਰਾਮ ਜਦੋਂ ਨਵੀਆਂ ਚੋਣਾਂ ਕਿਸੇ ਸਟੇਟ 'ਚ ਜਾਂ ਸੈਂਟਰ 'ਚ ਆਉਂਦੀਆਂ ਹੁੰਦੀਆਂ ਹੀ ਆ, ਸੋ ਉੱਥੇ ਜਿਹੜੀ ਵਰਗਲਾ ਕੇ ਜਾਂ ਭਰਮਾ ਕੇ ਆਗੂਆਂ ਨੂੰ ਲਿਆਉਣਾ, ਦਬਕੇ ਮਾਰਨੇ, ਉੱਥੇ ਕਈ ਤਰ੍ਹਾਂ ਦੇ ਹਮਲੇ ਕਰਾਉਣੇ, ਕਈ ਤਰੀਕੇ ਨਾਲ ਉੱਥੇ ਸੱਤਿਆ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹਦੇ ਵਿੱਚ ਉਹਨਾਂ ਦਾ ਅਮਿਤ ਸ਼ਾਹ ਦਾ 2-3 ਦਿਨ ਦਾ ਦੌਰਾ ਵੀ ਚੱਲ ਰਿਹਾ ਉੱਥੇ। ਉਹਨਾਂ ਨੇ ਉੱਥੇ ਕਿਹਾ ਦੇਖੋ ਜੀ ਇੱਕ ਵਾਰੀ ਸਾਨੂੰ 5 ਸਾਲ ਦੇ ਦਿਓ ਜੀ, ਅਸੀਂ ਤੁਹਾਨੂੰ ਸੁਭਾਸ਼ ਚੰਦਰ ਬੋਸ ਵਰਗਾ ਬੰਗਾਲ ਬਣਾ ਕੇ ਦਿਖਾ ਲਾਂਗੇ। ਤਾਂ ਯਾਰ ਜੇ ਸੁਭਾਸ਼ ਚੰਦਰ ਬੋਸ ਵਾਲਾ ਬੰਗਾਲ ਬਣਾਉਣੇ ਆ, ਦੇਸ਼ ਹੀ ਬਣਾ ਦਿਓ ਜੀ। ਦੇਸ਼ ਦਾ ਤੁਸੀਂ ਭਗਤ ਸਿੰਘ ਵਰਗਾ ਬਣਾ ਕੇ ਨਹੀਂ ਰੱਖਿਆ, ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਦੇਸ਼ ਨੂੰ ਆਜ਼ਾਦ ਕਰਨ ਲਈ, ਤੇ ਉਹਨਾਂ ਦੇ ਵਾਰਸ ਜਿਹੜੇ ਪੰਜਾਬ ਦੇ ਉਹ ਰੋਲਣ ਡੇ ਸੜਕਾਂ ਦੇ ਉੱਤੇ ਆਪਣੇ ਅਧਿਕਾਰਾਂ ਲਈ, ਤੇ ਤੁਸੀਂ ਜਾ ਕੇ ਮੀਲਾਂ ਦੂਰ ਬੰਗਾਲ 'ਚ ਕਹਿ ਰਹੇ ਸੁਭਾਸ਼ ਚੰਦਰ ਬੋਸ ਦੇ ਵਰਗਾ ਬੰਗਾਲ ਬਣਾਵਾਂਗੇ, ਤੇ ਇਹ ਆਪਣੇ ਆਪ 'ਚ ਹਾਸੋਹੀਣੀ ਗੱਲ ਆ। ਸੋ ਕਹਿਣ ਤੋਂ ਭਾਵ ਆ ਵੀ ਇਹਨਾਂ ਨੂੰ ਸੱਤਾਧਾਰੀ ਜਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਕਿਸੇ ਦੇ ਨਾਲ ਕੋਈ ਇਹੋ ਜਿਹਾ ਮਤਲਬ ਨਹੀਂ ਹੁੰਦਾ ਸਿਵਾਏ ਸੱਤਾ ਤੋਂ। TMC ਦੇ ਕਾਫੀ ਵਿਧਾਇਕ ਵੀ ਸ਼ਾਮਲ ਹੋ ਗਏ ਆਪਣੀ ਪਾਰਟੀ ਛੱਡ ਕੇ BJP ਦੇ ਵਿੱਚ। ਅਸੀਂ ਬੜੀ ਦੇਰ ਪਹਿਲਾਂ ਸੁਣਿਆ ਸੀ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਸੀਗੀ, ਉਦੋਂ ਦੇ ਇੱਕ ਹੁੰਦਾ ਸੀਗਾ, ਇਹਨਾਂ ਨੇ ਕਾਨੂੰਨ ਵੀ ਪਾਸ ਕੀਤਾ ਸੀ ਕਿ ਜਿਹੜੇ
ਜਿਹੜੀ ਦਲ ਬਦਲੀ ਆ ਉਹਦੇ ਲਈ ਕੁਝ ਕਾਨੂੰਨ ਪਾਸ ਕੀਤਾ ਸੀ, ਪਰ ਉਹਨੂੰ ਫੇਰ ਅੱਗੇ ਪਿੱਛੇ ਕਰਕੇ ਵਿਧਾਇਕ ਜਿਹੜੇ ਆ ਅਕਸਰ ਆਇਆ ਰਾਮ ਗਿਆ ਰਾਮ ਜਾਂ ਪਾਰਟੀਆਂ ਬਦਲਦੇ ਰਹਿੰਦੇ ਆ। ਬਿਲਕੁਲ ਜੀ, ਤੇ ਅਮਿਤ ਸ਼ਾਹ ਜੀ ਨੇ ਬਿਆਨ ਵੀ ਦਿੱਤਾ ਕਿ ਮਮਤਾ ਬੈਨਰਜੀ ਦੀ ਪਾਰਟੀ 'ਚ ਦੀਦੀ ਇਕੱਲੀ ਰਹਿ ਜਾਊਗੀ। ਇਹ ਸਾਰਾ ਕੁਝ ਜਿਹੜਾ ਲੋਕਤੰਤਰ ਲਈ ਕਿਹੋ ਜਿਹਾ ਲੱਗਦਾ? ਉਹਨਾਂ ਦਾ ਕਹਿਣਾ ਸੀਗਾ ਵੀ ਚੋਣਾਂ ਦੇ ਆਉਣ ਤੱਕ ਮਮਤਾ ਦੀਦੀ ਇਕੱਲੀ ਰਹਿ ਜਾਏਗੀ ਜੀ। ਇਹ ਲੋਕਤੰਤਰ ਦੇ ਉੱਤੇ ਨਾ ਇੱਕ ਧੱਬਾ ਬਣਦਾ ਜਾ ਰਿਹਾ। ਇਸ ਤਰੀਕੇ ਦੀ ਜਿਹੜੀ ਰਾਜਨੀਤੀ ਨਾ ਇਹ ਸਹੀ ਨਹੀਂ ਆ ਭਾਰਤ ਵਰਗੇ ਲੋਕਤੰਤਰ ਦੇ ਵਿੱਚ। ਤੇ ਜੇ ਇਹ ਰਾਜਨੀਤੀ ਜਿਹੜੀ ਅਪਣਾ ਕੇ, ਮੇਰੇ ਗੱਲ ਟਰੰਪ ਸਾਹਿਬ ਵੀ ਉੱਥੇ ਅੜ ਕੇ ਬੈਠੇ ਆ ਪਰ ਮੈਂ ਨਹੀਂ ਜਾਂਦਾ ਚਾਹੇ ਹਾਰ ਵੀ ਜਾਵਾਂ, ਸੋ ਇਹੋ ਜਿਹੀ ਰਾਜਨੀਤੀ ਜਿਹੜੀ ਆ ਆਪਣੇ ਲੋਕਤੰਤਰ 'ਚ ਕਦੇ ਕਿਆਸ ਨਹੀਂ ਕੀਤੀ ਗਈ ਸੀ। ਠੀਕ ਆ, ਪਹਿਲਾਂ ਦੇ ਸਮੇਂ ਦੇ ਵਿੱਚ ਕਾਂਗਰਸ ਵੀ ਇਦਾਂ ਕਰਦੀ ਆਈ ਆ, ਹਰੇਕ ਰਾਜ ਦੇ ਵਿੱਚ ਆਪਣੇ ਆਪ ਨੂੰ ਸੱਤਾ ਤੇ ਕਾਬਜ਼ ਕਰਨ ਲਈ ਜਿੰਨੇ ਵੀ ਹੱਥਕੰਡੇ ਹੁੰਦੇ ਸੀ ਉਹ ਅਪਣਾਉਂਦੀ ਰਹੀ ਆ। ਪਰ ਮੈਂ ਅੱਗੇ ਵੀ ਕਹਿੰਦਾ ਰਿਹਾ ਕਿ ਜੇ ਤੁਸੀਂ ਕਿਸੇ ਪਾਰਟੀ 'ਚੋਂ MLA MP ਬਣੇ ਆ, ਤੁਹਾਡੀ ਵਫਾਦਾਰੀ ਕੀ ਆ ਜੇ ਤੁਸੀਂ ਅਗਲੀ ਪਾਰਟੀ ਤੋਂ ਖਰੀਦ ਹੋ ਜਾਓ। ਜੀ, ਜਿੱਤ ਕੇ ਤੁਸੀਂ ਇੱਕ ਪਾਰਟੀ 'ਚ ਆਉਂਦੇ ਆ, ਜਦੋਂ ਦੇਖਦੇ ਆ ਵੀ ਉਹਨਾਂ ਦਾ ਹੁਣ ਪਲੜਾ ਭਾਰੀ ਆ ਤਾਂ ਇਹਨੂੰ ਛੱਡ ਕੇ ਚੱਲ ਜਾਂਦੇ ਆ ਐਸੇ ਮੋੜ ਤੇ ਜਦੋਂ ਤੁਹਾਡੀ ਉਹਨੂੰ ਬਹੁਤ ਲੋੜ ਹੁੰਦੀ ਆ। ਆਪਾਂ ਰਾਜਸਥਾਨ 'ਚ ਵੀ ਦੇਖਿਆ, ਮੱਧ ਪ੍ਰਦੇਸ਼ ਵੀ ਦੇਖਿਆ, ਆਪਣੇ MLA ਲੁਕਾਉਂਦੇ ਫਿਰਦੇ ਸੀ ਪਾਰਟੀ। ਇਹੋ ਜਿਹੀ ਨੌਬਤ ਕਿਉਂ ਆਉਂਦੀ ਆ? ਇਹ ਇਹਨਾਂ ਦੇ ਆਪਣੀ ਜ਼ਮੀਰ ਵੀ ਦੇਖਣੀ ਚਾਹੀਦੀ MLA MPਆਂ ਦੀ। ਖੈਰ ਇੱਕ ਦੋ MP MLA ਜਿਹੜੇ ਉਹ ਵਾਪਸ ਵੀ ਆ ਗਏ ਤ੍ਰਿਣਮੂਲ 'ਚ। ਉਹਨਾਂ ਨੇ ਕਿਹਾ ਵੀ ਸਾਨੂੰ ਭਰਮਾਇਆ ਗਿਆ, ਸਾਨੂੰ ਲਾਲਚ ਦਿੱਤਾ ਗਿਆ, ਅਸੀਂ ਨਹੀਂ, ਅਸੀਂ ਦੀਦੀ ਦੇ ਨਾਲ ਹੀ ਆ। ਪਰ ਉਸ ਡਾਢੀ ਔਰਤ ਦੇ ਬਲਿਹਾਰੇ ਜਾਂਦੇ ਆ ਵੀ ਉਹ ਇਹੋ ਜਿਹੀ ਸਾਦਗੀ ਵਾਲੀ ਮੁੱਖ ਮੰਤਰੀ ਮੈਨੂੰ ਨਹੀਂ ਉਮੀਦ ਵੀ ਆਪਣੇ ਜਿੰਨੇ ਰਾਜ ਆ ਦੇਸ਼ ਦੇ ਉਹਦੇ ਵਿੱਚ ਇਹੋ ਜਿਹੀ ਸਾਦਗੀ ਹੋਊਗੀ। ਸੋ ਉਹਦੇ ਨਾਲ ਇਹ ਹੁਣ ਨਹੀਂ, ਜੇ ਆਪਾਂ ਪੰਚਾਇਤ ਚੋਣਾਂ 'ਚ ਵੀ ਦੇਖੀਏ ਉਦੋਂ ਵੀ ਉਹਨਾਂ ਨੇ ਪੂਰਾ ਜ਼ੋਰ ਲਾ ਰਿਹਾ ਸੀਗਾ ਵੀ ਆਪਾਂ ਇਹਨੂੰ ਨਹੀਂ ਉੱਥੇ ਮੁੜ ਕੇ ਸੱਤਾ 'ਚ ਰਹਿਣ ਦੇਣਾ, ਤਾਂ ਵੀ ਇਹ ਕਾਮਯਾਬ ਨਹੀਂ ਹੋਏ। ਪਿਛਲੀਆਂ ਚੋਣਾਂ 'ਚ ਵੀ ਕਾਮਯਾਬ ਨਹੀਂ ਹੋਏ, ਉਹ ਤੋਂ 2-3 ਵਾਰ ਪਹਿਲਾਂ ਵੀ ਬਣ ਚੁੱਕੀ ਆ। ਹੁਣ ਆਉਣ ਦਾ ਸਮਾਂ ਦੇਖੂਗਾ, ਪਰ ਇਹ ਲੋਕਤੰਤਰ ਲਈ ਇੱਕ ਬਹੁਤ ਨਿਮਾਣ ਵੱਲ ਜਾਣ ਦੀ ਗੱਲ ਆ। ਇਹੋ ਜਿਹੀ ਰਾਜਨੀਤੀ ਹੋਣੀ ਨਹੀਂ ਚਾਹੀਦੀ। ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਇਹ ਤੇ ਕੋਈ ਤਰੀਕਾ ਨਹੀਂ ਹੈਗਾ ਕਿ ਦੂਜੇ ਦੇ ਬੰਦੇ ਆਪਣੀ ਪਾਰਟੀ 'ਚ ਆ ਜਾਣ ਜਾਂ ਸਾਡੇ ਬੰਦੇ ਉੱਧਰ ਚਲੇ ਜਾਣ। ਮੈਂ ਇਹਦੇ 'ਚ BJP ਕੱਲੀ ਨੂੰ ਦੋਸ਼ੀ ਵੀ ਨਹੀਂ ਸਮਝਦਾ ਤੇ ਉਹਨਾਂ ਨੂੰ ਕਹਿ ਨਹੀਂ ਰਿਹਾ ਸੀ, ਸਾਰੇ ਮੁਲਕ ਨੂੰ, ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਹੁਣ ਇਹ ਜਿਹੜਾ ਕਾਨੂੰਨ ਹੈ ਇਹ ਹੋਣਾ ਚਾਹੀਦਾ ਜਾਂ ਇਹ ਘੱਟੋ ਘੱਟ ਨਿਯਮ ਹੋਣਾ ਚਾਹੀਦਾ। ਉਹਨਾਂ ਦੇ ਅਹਿਦ 'ਚ ਇਹ ਗੱਲ ਹੋਣੀ ਚਾਹੀਦੀ ਆ ਕਿ ਅਸੀਂ ਇਲੈਕਸ਼ਨ ਲੜਨੀ ਆ ਜੀ, ਜਦ ਕਿ ਦੂਜੀ ਪਾਰਟੀ ਨੂੰ ਖਤਮ ਕਰਨਾ ਜਾਂ ਤਬਾਹ ਕਰਨਾ ਤਾਂ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਇਹਦੇ 'ਚ ਇਦਾਂ ਹੋਣਾ ਚਾਹੀਦਾ ਕਿ ਤੁਸੀਂ ਵਿਚਾਰਧਾਰਾ ਦੇ ਉੱਤੇ ਲੜੋ। ਅੱਜ ਮੈਂ ਇੱਕ ਪਾਰਟੀ ਲਈ ਲੜਦਾ, ਇੱਕ ਪਾਰਟੀ ਲਈ ਵੋਟ ਮੰਗਦਾ, ਜਿੱਤ ਜਾਂਦਾ, 4 ਸਾਲ ਮौज ਕਰਦਾ, ਅਗਲੇ ਵਾਰ ਮੈਨੂੰ ਲੱਗਦਾ ਕਿ ਉਹ ਪਾਰਟੀ ਵੱਡੀ ਹੋ ਗਈ ਤੇ ਮੈਂ ਉੱਧਰ ਸ਼ਿਫਟ ਕਰ ਜਾਂਦਾ। ਤੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ, ਸਾਡੇ ਲੋਕਤੰਤਰ ਨੂੰ ਸਮਰੱਥ ਬਣਾਉਣ ਲਈ, ਸਸ਼ਕਤ ਬਣਾਉਣ ਲਈ ਤੇ ਮੁਲਕ ਦੀ ਜਿਹੜੀ ਰਾਜਨੀਤੀ ਆ ਉਹਨੂੰ ਸਾਫ਼ ਸੁਥਰੀ ਬਣਾਉਣ ਲਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਬਿਲਕੁਲ ਜੀ, ਸਹੀ ਗੱਲ ਹੈ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਕੁਝ ਅਗਲੇ ਵਿਚਾਰ ਲੈ ਕੇ। ਪੰਜਾਬੀ ਨੈਸ਼ਨਲ TV ਦੇ ਪ੍ਰੋਗਰਾਮ ਵਿਚਾਰ ਚਰਚਾ ਤੁਸੀਂ ਦੇਖ ਰਹੇ ਹੋ। ਕਾਫੀ ਦੇਰ ਤੋਂ ਅਸੀਂ ਵਿਚਾਰਾਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਦੇ ਕਰਦੇ ਅਸੀਂ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਪਹੁੰਚ ਗਏ ਹਾਂ। ਸ਼ੇਰਗਿੱਲ ਸਾਹਿਬ, ਅਸੀਂ ਸਿੰਘੂ ਬਾਰਡਰ ਦੀ ਗੱਲ ਤੇ ਕਰ ਲਈ, ਕੁਝ ਪੰਜਾਬੀ ਬੰਦੇ ਜੰਤਰ ਮੰਤਰ ਤੇ ਵੀ ਬੈਠੇ ਆ, ਉਹਨਾਂ ਨੂੰ ਵੀ ਕਿਸੇ ਨੇ ਪਾਣੀ ਪੁਣੀ ਪਿਲਾਇਆ ਕਿ ਨਿੱਘਾ ਕਿ ਨਹੀਂ ਜੀ? ਦੇਖੋ ਜੀ, ਉੱਥੇ ਕਾਂਗਰਸ ਦੇ MP ਔਰ MLA ਜਿਨ੍ਹਾਂ ਦੀ ਡਿਊਟੀਆਂ ਵਾਰੀ-ਵਾਰੀ ਲਾਈਆਂ ਪਏ, ਤੁਸੀਂ ਉੱਥੇ ਧਰਨੇ ਤੇ ਬਹਿਣਾ ਜਾ ਕੇ ਜੀ। ਭੁੱਖ ਹੜਤਾਲ ਵੀ ਚੱਲ ਰਹੀ ਆ ਉੱਥੇ, ਇੱਕ ਰੋਜ਼ਾਨਾ ਦਾ ਇੱਕ MLA MP ਕਰਦਾ ਵੀ ਹੈ ਭੁੱਖ ਹੜਤਾਲ ਜੀ। ਉਹ ਕਾਰਨ ਇਹੀ ਬਣਿਆ ਵੇ, ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਸਿੰਘੂ ਬਾਰਡਰ ਤੇ ਆਉਣ ਦੀ ਜੀ, ਵਿੱਚੋਂ ਆਏ ਵੀ ਸੀ ਕਈ MP ਆ ਕੇ ਦੇਖਿਆ, ਆਪਾਂ ਪੰਜਾਬ ਦੇ ਮੰਤਰੀ ਵੀ ਗਏ ਸੀਗੇ, ਪਰ ਜਦੋਂ ਉੱਥੇ ਉਹਨਾਂ ਨੂੰ ਕਿਸੇ ਨੇ, ਕਿਸਾਨਾਂ ਨੇ ਲਾਗੇ ਨਹੀਂ ਲੱਗਣ ਦਿੱਤਾ ਤਾਂ ਫਿਰ ਉਹਨਾਂ ਨੇ ਆਪਣਾ ਹੀ ਇੱਕ ਪ੍ਰਦਰਸ਼ਨ ਜੰਤਰ ਮੰਤਰ ਤੇ ਸ਼ੁਰੂ ਕਰਤਾ ਪੱਕਾ, ਬਈ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ ਤੇ ਕਾਨੂੰਨ ਰੱਦ ਕੀਤੇ ਜਾਣ। ਕਾਨੂੰਨ ਤਾਂ ਰੱਦ ਉਹਦੇ ਨਾਲ ਹੀ ਹੋਣੇ ਆ ਕਿਉਂਕਿ ਸੰਸਦ ਨੇ ਪਾਸ ਕੀਤੇ, ਸੰਸਦ ਨੇ ਹੀ ਰੱਦ ਹੋਣੇ ਆ। ਪਰ ਸੰਸਦ ਦਾ ਇਜਲਾਸ ਤੋਂ ਪਹਿਲੇ ਨਾ ਕਰ ਚੁੱਕੇ ਪਏ, ਸਰਦਰੋਂ ਤੇ ਇਜਲਾਸ ਤਾਂ ਬੁਲਾਉਣਾ ਹੀ ਨਹੀਂ ਆਪਾਂ, ਸਿੱਧੇ ਬਜਟ ਇਜਲਾਸ ਬੁਲਾਵਾਂਗੇ। ਉਦੋਂ ਤੱਕ ਵੀ ਪਤਾ ਨਹੀਂ ਕਰੋਨਾ ਕੀ ਕਹਿੰਦਾ ਇਹਨਾਂ ਨੂੰ, ਜੇ ਉਦੋਂ ਵੀ ਇਹੋ ਜਿਹੀ ਗੱਲ ਕੀਤੀ ਤਾਂ ਹੋ ਸਕਦਾ ਬਜਟ ਇਜਲਾਸ ਵੀ ਕਾਗਜ਼ਾਂ 'ਚ ਹੀ ਪਾਸ ਕਰ ਦੇਣ। ਸੋ ਉੱਥੇ ਜਿਹੜਾ ਕਾਂਗਰਸ ਦਾ ਧਰਨਾ ਪ੍ਰਦਰਸ਼ਨ ਜਾਰੀ ਆ, MP ਬੈਠੇ ਆ, ਉਹਨਾਂ ਦੇ ਵਿੱਚ ਇੱਕ ਵੱਡੀ ਗੱਲ ਮੈਂ ਸੁਣੀ ਆ ਜਿਹੜੀ ਰਵਨੀਤ ਸਿੰਘ ਬਿੱਟੂ ਹੁਣਾਂ ਨੇ ਕਹੀ ਆ ਜੀ। ਉਹ ਕਹਿੰਦੇ ਭਾਜਪਾ ਦੇ ਕਰਕੇ ਹੀ ਸਾਨੂੰ ਕਿਸਾਨ ਉੱਥੇ ਨੇੜੇ ਨਹੀਂ ਲੱਗਣ ਦੇਣ ਡੇ। ਦੇਖੋ ਕਿੱਡੀ ਹਾਸੋਹੀਣੀ ਵਾਲੀ ਗੱਲ ਵੀ ਹੋ ਸਕਦੀ ਹੈ ਨਾ ਇਹ ਜੀ, ਵੀ ਭਾਜਪਾ ਦਾ ਆਪਣਾ ਕਿਰਦਾਰ ਆ ਵੀ ਉਹਨਾਂ ਨੇ ਇਹੋ ਜਿਹੇ ਕਾਨੂੰਨ ਪਾਸ ਕੀਤੇ ਆ, ਤੁਹਾਨੂੰ ਕਿਉਂ ਨਹੀਂ ਲੱਗਣ ਦੇਣ ਡੇ ਕਿਸਾਨ ਆਪਣੇ ਲਾਗੇ? ਤੁਸੀਂ ਆਪ ਦਾ ਵੀ ਦੇਖੋ ਵੀ ਸਾਡੇ 'ਚ ਕੀ ਕਮੀ ਸੀਗੀ ਜੀ, ਵੀ ਜਿਹੜੇ ਸਾਨੂੰ ਕਿਸਾਨ ਨਹੀਂ ਲਾਗੇ ਲੱਗਣ ਦਿੱਤੇ। ਤੁਸੀਂ ਹੁਣ ਆਪ ਦਾ ਠੀਕਰਾ ਜਿਹੜਾ ਉਹ ਭਾਜਪਾ ਤੇ ਸਿੱਟ ਰਹੇ ਆ, ਭਾਜਪਾ ਤੇ ਫੋੜ ਰਹੇ ਆ ਵੀ ਹਾਂ ਵੀ ਇਹ ਭਾਜਪਾ ਦੇ ਇਹੋ ਜਿਹੇ ਕੰਮਾਂ ਕਰਕੇ ਕਿਸਾਨ ਜਿਹੜੇ ਆ ਉਹ ਕਾਂਗਰਸ ਸਾਨੂੰ ਵੀ ਨਹੀਂ ਮੂੰਹ ਲਾ ਰਹੇ।
ਸੋ ਉੱਥੇ ਪ੍ਰਦਰਸ਼ਨ ਜਿਹੜਾ ਜਾਰੀ ਆ, ਉੱਥੇ ਫਿਲਹਾਲ ਤਾਂ ਅੱਗੇ ਆਉਣ ਵਾਲੇ ਦਿਨਾਂ 'ਚ ਹੋਰ ਕਿਵੇਂ ਤਰ੍ਹਾਂ ਦਾ ਰੂਪ ਲੈਂਦਾ ਉਹ ਵੱਖਰਾ ਦੇਖਣ ਨੂੰ ਮਿਲੂਗਾ। ਅਸੀਂ ਇਸੇ ਪ੍ਰੋਗਰਾਮ ਵਿੱਚ ਕਈ ਵਾਰ ਇਹ ਗੱਲ ਕੀਤੀ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਹ ਗੱਲ ਜਿਹੜੀ ਆ ਵਿਚਾਰਨੀ ਚਾਹੀਦੀ ਹੈ, ਇੱਥੇ ਚਿੰਤਨ ਮੰਥਨ ਸੋਚਣਾ ਚਾਹੀਦਾ, ਮੰਥਨ ਕਰਨਾ ਚਾਹੀਦਾ ਇਹਨਾਂ ਨੂੰ ਕਿਤੇ ਇਕੱਲੇ ਬਹਿ ਕੇ ਵੀ ਅਸੀਂ ਲੋਕਾਂ ਤੋਂ ਇੰਨੇ ਦੂਰ ਕਿਉਂ ਹੋਏ ਆ, ਅਲੱਗ-ਥਲੱਗ ਕਿਉਂ ਹੋਏ ਆ। ਬਿਲਕੁਲ ਜੀ ਬਿਲਕੁਲ, ਇਹ ਇੱਕ ਦੂਜੇ ਦੇ ਠੀਕਰਾ ਫੋੜਨ ਜਾਂਦੇ ਆ, ਆਪਣੀ ਕਮੀ ਆਪਣੇ ਵਿੱਚ ਜੋ ਨੁਕਸ ਰਹਿ ਗਏ ਉਹਦੇ ਬਾਰੇ ਮੰਥਨ ਨਹੀਂ ਕਰਦੇ ਜੀ। ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵੱਖ-ਵੱਖ ਸੰਗਠਨਾਂ ਵੱਲੋਂ ਜਿਹੜੇ ਬੰਦੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਜੀ। ਬਿਲਕੁਲ, ਤੇ ਇਹੋ ਜੀ ਕੋਈ ਗੱਲ ਅਕਾਲੀ ਦਲ ਵੀ ਕਰ ਰਿਹਾ ਜੀ? ਹਾਂਜੀ, ਉਹਨਾਂ ਨੇ ਵੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਚੜ੍ਹਦੇ ਸਾਲ 2 ਜਨਵਰੀ ਤੋਂ ਜਿਹੜੇ ਕਿਸਾਨ ਸੰਘਰਸ਼ ਵਿੱਚ ਹੁਣ ਤੱਕ ਜਾਨਾਂ ਗਵਾ ਚੁੱਕੇ ਆ ਕਿਸਾਨ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣਗੇ, ਭੋਗ ਪਵਾਏ ਜਾਣਗੇ। ਖੈਰ ਚਲੋ, ਸਿਆਸੀ ਪਾਰਟੀ ਨੇ ਆਪਣਾ ਕੋਈ ਨਾ ਕੋਈ ਪ੍ਰੋਗਰਾਮ ਜਾਰੀ ਰੱਖਣਾ ਹੁੰਦਾ ਆ। ਇਸ ਪੱਖ ਲਈ ਆਪਾਂ ਉਹਨਾਂ ਨੂੰ ਇਹ ਵੀ ਕਿਹਾ ਜਾ ਸਕਦਾ ਕਿ ਸ਼ਰਧਾਂਜਲੀ ਦੇਣੀ ਸਹੀ ਗੱਲ ਆ। ਇਹ ਸਹੀ ਮਾਇਨਿਆਂ ਦੇ ਵਿੱਚ ਆਪਾਂ ਉਹਨਾਂ ਕਿਸਾਨ ਨੇ ਸੰਘਰਸ਼ ਨੂੰ ਹੀ ਆਪਾਂ ਸਮਰਪਿਤ ਕਰਾਂਗੇ ਜਿਹੜੇ ਉੱਥੇ ਇੰਨੀ ਠੰਡ ਦੇ ਵਿੱਚ ਬਹਿ ਕੇ ਵੀ ਆਪਣਾ ਜਾਨਾਂ ਗਵਾ ਚੁੱਕੇ ਆ, ਜਾਂ ਹਾਦਸਿਆਂ ਦੇ ਵਿੱਚ ਕਹਿ ਲਓ ਤੇ ਜਾਂ ਕਿਸੇ ਤਰੀਕੇ ਨਾਲ ਠੰਡ ਕਰਕੇ ਜਾਂ ਹਾਰਟ ਅਟੈਕ ਹੋ ਕੇ। ਸੋ ਇਹ ਸਿਆਸੀ ਪਾਰਟੀਆਂ, ਮੈਂ ਪਹਿਲਾਂ ਵੀ ਕਿਹਾ ਆ ਵੀ ਇਹ ਧੁੱਸ ਦੇ ਕੇ ਅੰਦਰ ਨੂੰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਆ, ਚਾਹੇ ਉਹ ਬਾਹਰ ਰਹਿ ਕੇ ਕਰ ਰਹੀਆਂ, ਚਾਹੇ ਕੋਈ ਬਿਆਨਬਾਜ਼ੀ ਕਰਕੇ ਕਰ ਰਿਹਾ। ਪਰ ਜਿਹੜੀ ਇਹ ਇਹਨਾਂ ਦੀ ਇਸ ਤਰੀਕੇ ਨਾਲ ਪਹਿਲ ਆ, ਕਿਉਂਕਿ ਇਹਨਾਂ ਨੇ ਪਿੱਛੇ ਜੇ ਅਕਾਲ ਤਖਤ ਸਾਹਿਬ ਤੇ ਵੀ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਤਾਂ ਕਿਸਾਨੀ ਸੰਘਰਸ਼ ਨੂੰ ਕਾਮਯਾਬ ਕਰਨ ਦੀ ਅਰਦਾਸ ਕੀਤੀ ਸੀਗੀ, ਤੇ ਹੁਣ ਇਹਨਾਂ ਨੇ 2 ਤਰੀਕ ਤੋਂ ਸ੍ਰੀ ਅਖੰਡ ਪਾਠ ਸਾਹਿਬ ਕਰਾ ਕੇ ਉਹਨਾਂ ਵਿਛੜੇ ਹੋਏ ਜਿਹੜੇ ਕਿਸਾਨ ਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਜੀ। ਸ਼ੇਰਗਿੱਲ ਸਾਹਿਬ, ਕਾਫੀ ਦਿਨਾਂ ਤੋਂ ਅਸੀਂ ਗੱਲ ਕਰ ਰਹੇ ਹਾਂ ਇਸ ਅੰਦੋਲਨ ਦੀ, ਤੇ ਇਸ ਤੋਂ ਪਹਿਲਾਂ ਦੀ ਇੱਕ ਹੋਰ ਸਮੱਸਿਆ ਸਾਰੀ ਦੁਨੀਆ ਨੂੰ ਪਈ ਹੋਈ ਆ ਕਰੋਨਾ ਦੀ। ਵਿੱਚ ਲੱਗਦਾ ਸੀ ਕਿ ਕਾਫੀ ਕੁਝ ਠੀਕ ਹੋ ਰਿਹਾ, ਵੈਕਸੀਨ ਵੀ ਇਨਵੈਂਟ ਹੋ ਗਏ ਸੀ, ਲੱਗਣੇ ਵੀ ਸ਼ੁਰੂ ਹੋ ਗਏ ਸੀ। ਹੁਣ ਯੂਰਪ ਤੇ ਇੰਗਲੈਂਡ ਤੋਂ ਉਹਦੇ ਲਈ ਕੁਝ ਹੋਰ ਖਬਰਾਂ ਆ ਰਹੀਆਂ, ਉਹ ਕੀ ਕਹਾਣੀ ਹੈ ਜੀ? ਦੇਖੋ ਜੀ, ਇਹ ਕਿਹਾ ਤਾਂ ਜਾ ਰਿਹਾ ਵੀ ਕਰੋਨਾ ਦਾ ਜਿਹੜਾ ਇਹ ਨਵਾਂ ਰੂਪ ਆ, ਸਟ੍ਰੇਨ ਆ ਕਰੋਨਾ ਦਾ ਆ ਗਿਆ, ਜਿਹੜਾ ਕਿ 70% ਤੱਕ ਖਤਰਨਾਕ ਆ, ਵੱਡੀ ਪੱਧਰ ਤੇ ਫੈਲਦਾ ਆ ਜੀ। ਹਾਲਾਂਕਿ ਇਹਦੇ ਨਾਲ ਕੋਈ ਮੌਤ ਹੋਣ ਦੇ ਬਾਰੇ ਅਜੇ ਕੋਈ ਖਬਰ ਸਾਹਮਣੇ ਨਹੀਂ ਆਈ ਆ, ਪਰ ਇਹ ਸ਼ੁਰੂ ਹੋਇਆ ਇੰਗਲੈਂਡ ਤੋਂ ਜੀ। ਇੰਗਲੈਂਡ ਵਿੱਚ ਕਿੱਥੋਂ ਆਇਆ, ਇਹਦੇ ਬਾਰੇ ਜਿਹੜੇ ਵਿਗਿਆਨੀ ਆ, ਸਾਇੰਟਿਸਟ ਆ, ਉਹ ਇਹਦੀ ਖੋਜ ਕਰ ਰਹੇ ਆ ਵੀ ਇਹ ਕਿਵੇਂ ਦਾ ਹੋਊਗਾ। ਜਿਹੜਾ ਇਹਨੂੰ ਨਾਂ ਵੀ ਉਹਨਾਂ ਨੇ ਦਿੱਤਾ ਗਿਆ VUI 2020। ਅੱਛਾ, ਕਿਉਂਕਿ ਦਸੰਬਰ ਦੇ ਵਿੱਚ ਇਹ ਆ ਗਿਆ ਤਾਂ ਜੇ ਕੁਝ ਦਿਨ ਰਹਿੰਦੇ ਨਵੇਂ ਸਾਲ ਲਈ, ਤੇ ਇਹਨੂੰ ਉਹਨਾਂ ਨੇ ਇਸ ਸਟ੍ਰੇਨ ਨੂੰ ਨਾਂ ਦਿੱਤਾ ਗਿਆ। ਤਾਂ ਕੱਲਾ ਇੰਗਲੈਂਡ ਵਿੱਚ ਹੀ ਨਹੀਂ, ਇਹਦੇ ਬਾਰੇ ਜਿਹੜੇ ਮਰੀਜ਼ ਆ ਇੱਦਾਂ ਦੇ ਲੱਛਣ ਵਾਲੇ, ਉਹ ਇਟਲੀ 'ਚ ਵੀ ਦੇਖਣ ਨੂੰ ਮਿਲੇ ਆ, ਆਸਟ੍ਰੇਲੀਆ 'ਚ ਵੀ ਦੇਖਣ ਨੂੰ ਮਿਲੇ ਆ, ਸਾਊਥ ਅਫਰੀਕਾ 'ਚ ਵੀ ਦੇਖਣ ਨੂੰ ਮਿਲੇ ਆ। ਪਰ ਇਹਦੇ ਨਾਲ ਜਿਹੜਾ ਜੋੜ ਕੇ ਹੋਰਨਾਂ ਦੇਸ਼ਾਂ ਨੇ ਕੀ ਕੀਤਾ ਵੀ ਉੱਥੋਂ ਦੀਆਂ ਫਲਾਈਟਾਂ ਜਿਹੜੀਆਂ ਆਉਣ ਜਾਣ ਵਾਲੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜੀ। ਮਸਾਂ ਦਾ ਪਹਿਲੇ ਕਰੋਨਾ ਤੋਂ ਕਰਕੇ ਜਿਹੜੀ ਆਰਥਿਕਤਾ ਔਰ ਜਿਹੜੀ ਜ਼ਿੰਦਗੀ ਆ ਉਹ ਪਟੜੀ ਤੇ ਚੱਲਣੀ ਸ਼ੁਰੂ ਹੋਈ ਸੀਗੀ ਜੀ। ਆਉਣਾ ਜਾਣਾ ਲੋਕਾਂ ਦਾ ਬਣਿਆ ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ਾਂ ਨੇ ਆਪਣੀਆਂ ਫਲਾਈਟਾਂ ਵੀ ਖੋਲ੍ਹ ਦੇਣੀਆਂ ਸੀਗੀਆਂ, ਸਾਰਾ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ ਸੀਗਾ। ਪਰ ਕੁਦਰਤ ਦੀ ਮਾਰ ਆ ਪਈ ਇਹ ਇਹੋ ਜਿਹਾ ਕਿ ਕਰੋਨਾ ਦਾ ਨਵਾਂ ਰੂਪ ਸਾਹਮਣੇ ਆ ਗਿਆ, ਜਿਹਦੇ ਬਾਰੇ ਕਿ ਬਹੁਤ ਹੀ ਹਾਹਾਕਾਰ ਮਚ ਗਈ ਆ। ਈਵਨ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਕੋਬਰਾ ਮੀਟਿੰਗ ਜਿਹੜੀ ਕਿ ਬਹੁਤ ਹੰਗਾਮੀ ਹਾਲਤ 'ਚ ਇੰਗਲੈਂਡ ਕਰਦਾ ਹੁੰਦਾ, ਉਹ ਕਰਨੀ ਪਈ ਆ। ਉਹਦੇ ਨਾਲ ਹੀ ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਘਰ ਦਿੱਤਾ ਵੀ ਘਰਾਂ 'ਚ ਹੀ ਰਹਿਣ, ਘਰੋਂ ਬਾਹਰ ਨਹੀਂ ਨਿਕਲਣਾ ਕਿਸੇ ਵੀ ਕਿਸਮ ਦਾ। ਪਹਿਲਾਂ ਵੀ ਇਹ ਹੁੰਦਾ ਸੀ, ਕਰੋਨਾ ਦੇ ਟਾਈਮ 'ਚ ਵੀ ਇਹ ਹੋਇਆ ਸੀ। ਪਰ ਇਹਦੇ ਨਾਲ ਜ਼ਰੂਰੀ ਜਿਹੜੀ ਉਹ ਡਾਕਟਰਾਂ ਦਾ ਇਹ ਕਹਿਣਾ ਪਏ ਇਹਦੇ ਲਈ ਹੱਥ ਬਾਰ-ਬਾਰ ਧੋਣੇ, ਸੈਨੀਟਾਈਜ਼ਰ ਵਰਤਣਾ ਤੇ ਮਾਸਕ ਜਿਹੜਾ ਆ ਹੋਰ ਵੀ ਲਾਜ਼ਮੀ ਕਰ ਦਿੱਤਾ ਇਸ ਨਵੇਂ ਰੂਪ ਨੇ। ਸੋ ਇਹ ਨਵਾਂ ਰੂਪ ਹਜੇ ਆਉਂਦੇ ਸਮੇਂ ਦੇ ਵਿੱਚ ਕੀ ਕੁਛ ਕਰਦਾ ਆ, ਕੀ ਇਹਦੇ ਪ੍ਰਭਾਵ ਹੋ ਸਕਦੇ ਆ, ਜਾਂ ਜਿਹੜਾ ਟੀਕਾ ਪਹਿਲਾਂ ਲੱਗ ਰਿਹਾ ਚੱਲ ਰਿਹਾ ਉਹਦੇ ਜਿਹੜੇ ਇਸ ਬਿਮਾਰੀ 'ਤੇ ਅਸਰ ਕਰਦੇ ਕਿ ਨਹੀਂ ਕਰਦੇ, ਇਹ ਤਾਂ ਸਮਾਂ ਆਉਣ ਵਾਲਾ ਦੱਸੂਗਾ। ਪਰ ਫਾਈਜ਼ਰ ਕੰਪਨੀ ਨੇ ਵੀ ਹਾਲ ਤੱਕ ਕੱਲ੍ਹ ਦੀ ਦਿਹਾੜੀ 'ਚ ਕਹਿਤਾ ਸੀਗਾ ਵੀ ਜਿਹੜਾ ਇਹ ਨਵਾਂ ਰੂਪ ਦੇ ਉੱਤੇ ਵੀ ਸਾਡਾ ਟੀਕਾ ਅਸਰਦਾਰ ਹੋਵੇਗਾ। ਤੇ ਫਾਈਜ਼ਰ ਦੇ ਟੀਕੇ ਜਿਹੜੇ ਆ ਉਹ ਇੰਗਲੈਂਡ 'ਚ ਪਹਿਲੇ ਲੱਗ ਰਹੇ ਆ। ਸੋ ਇਹਦੇ ਲਈ ਜਿਹੜੀ ਆ ਪੂਰੇ ਦੁਨੀਆ ਦੇ ਵਿੱਚ ਹੀ ਹੜਕੰਪ ਮਚ ਗਿਆ। ਇੰਗਲੈਂਡ ਤੋਂ ਲੋਕਾਂ ਨੇ ਉੱਥੋਂ ਨਿਕਲਣਾ ਸ਼ੁਰੂ ਕਰ ਦਿੱਤਾ, ਹਵਾਈ ਅੱਡੇ ਭਰੇ ਪਏ ਆ। ਤਾਂ ਇਹਦੇ ਨਾਲ ਜਿਹੜੇ ਨਾਲ ਦੀ ਨਾਲ ਯੂਰਪ ਦੇਸ਼ਾਂ ਦੇ ਜਿਹੜੀ ਉਹਨਾਂ ਦੇ ਨਾਲ ਸਰਹੱਦਾਂ ਲੱਗਦੀਆਂ ਸੀ ਨਾ, ਉਹ ਵੀ ਉਹਨਾਂ ਨੇ ਬੰਦ ਕਰ ਦਿੱਤੀਆਂ ਵੀ ਕੋਈ ਸੜਕੀ ਰਸਤੇ ਵੀ ਸਾਡੇ ਵੱਲ ਨਾ ਆਵੇ ਕਿ ਇਹਦਾ ਫੈਲਾਅ ਰੋਕਿਆ ਜਾ ਸਕੇ ਜੀ। ਸੋ ਕਹਿਣ ਤੋਂ ਭਾਵ ਹੈ ਖਤਰਨਾਕ ਆ, ਪਰ ਹਜੇ ਤੱਕ ਕਾਬੂ ਹੇਠ ਆ ਜੀ। ਤੇ ਫਲਾਈਟਸ ਵੀ ਕੁਝ ਬੰਦ ਹੋਈਆਂ ਜੀ, ਸਾਰੀਆਂ ਫਲਾਈਟਾਂ ਜੀ ਉੱਥੇ ਇੰਗਲੈਂਡ ਨੂੰ ਜਾਣ ਆਉਣ ਵਾਲੀਆਂ ਸਾਰੀਆਂ ਦੇਸ਼ਾਂ ਨੇ। 20 ਤੋਂ ਵੱਧ ਦੇਸ਼ ਆ ਜਿਨ੍ਹਾਂ ਵਿੱਚ ਭਾਰਤ ਨੇ ਵੀ 31 ਦਸੰਬਰ ਤੱਕ ਫਲਾਈਟਾਂ 'ਤੇ ਰੋਕ ਲਾ ਦਿੱਤੀ ਆ ਮੁਕੰਮਲ ਤੌਰ 'ਤੇ। ਉੱਧਰਲੇ ਪਾਸੋਂ ਕੈਨੇਡਾ ਨੇ ਵੀ, ਤੇ ਜਿੰਨੇ ਯੂਰਪ ਦੇ ਵਿੱਚ ਇੰਗਲੈਂਡ ਦੇ ਨਾਲ ਲੱਗਦੇ ਦੇਸ਼ ਆ ਉਹ ਕੁੱਲ ਮਿਲਾ ਕੇ 2 ਦਰਜਨ 20-24 ਦੇਸ਼ ਬਣਦੇ ਆ, ਉਹ ਸਾਰਿਆਂ ਨੇ ਹੀ ਇਹਨਾਂ ਦੇ ਵਿੱਚ ਆਉਣ ਜਾਣ। ਤਾਂ ਦੇਖੋ ਜਦੋਂ ਕੋਈ ਬੰਦਾ ਫਲਾਈਟ ਰਾਹੀਂ ਆਊਗਾ ਤਾਂ ਹੀ ਅੱਜ ਕਰੋਨਾ ਵੀ ਇਸੇ ਤਰੀਕੇ ਨਾਲ ਫੈਲਿਆ ਸੀ। ਜੇ ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਸਾਡੇ ਦੇਸ਼ ਨੇ
ਸ਼ੁਰੂ ਤੋਂ ਬੰਦ ਕੀਤੀਆਂ ਹੁੰਦੀਆਂ ਤਾਂ ਇੰਨਾ ਕਰੋਨਾ ਫੈਲਣਾ ਨਹੀਂ ਸੀਗਾ। ਅਮਰੀਕਾ 'ਚ ਵੀ ਇੰਨਾ ਕਰੋਨਾ ਨਹੀਂ ਸੀ ਫੈਲਣਾ ਜੋ ਉਹਨੇ ਚੀਨ ਤੋਂ ਆਉਣ ਵਾਲੀ ਫਲਾਈਟਾਂ ਬੰਦ ਕੀਤੀਆਂ ਹੁੰਦੀਆਂ। ਸੋ ਇਹ ਜਿਹੜਾ ਪਹਿਲਾ ਕਦਮ ਇਹਨਾਂ ਨੇ ਫਲਾਈਟਾਂ ਬੰਦ ਕਰਨ ਦਾ ਕੀਤਾ ਵੀ ਕਿਤੇ ਉਹਦਾ ਫੈਲਾਅ ਜਿਹੜਾ ਹੋਰ ਦੁਨੀਆ ਵਿੱਚ ਨਾ ਫੈਲ ਜਾਏ। ਸ਼ੇਰਗਿੱਲ ਸਾਹਿਬ, ਇਹ ਤਾਂ ਸੀਗੀ ਗੱਲ ਕਿ ਕਰੋਨਾ ਦਾ ਇੱਕ ਨਵਾਂ ਜਿਹੜਾ ਵਾਇਰਸ ਹੈ ਜਾਂ ਨਵਾਂ ਸਟ੍ਰੇਨ ਫੈਲ ਰਿਹਾ ਉਹਦੀ ਗੱਲ ਸੀ, ਤੇ ਉਸ ਤੋਂ ਬਿਨਾਂ ਜੋ ਕਰੋਨਾ ਦੀ ਸਥਿਤੀ ਆ ਉਹ ਕਿਹੋ ਜਿਹੀ ਆ ਭਾਰਤ ਵਿੱਚ ਜੇ ਦੇਖਿਆ ਜਾਵੇ ਤਾਂ ਕਰੋਨਾ ਦੀ ਸਥਿਤੀ ਕਾਫੀ ਹੱਦ ਤੱਕ ਰਫ਼ਤਾਰ ਨਾਲ ਘਟ ਰਹੀ ਆ, ਸੁਧਰ ਰਹੀ ਆ। ਜਿਹਦੇ ਵਿੱਚ ਹੁਣ ਜੇ ਆਪਾਂ ਦੇਖੀਏ ਤਾਂ ਕਿੱਥੇ ਉਹ 50-60 ਹਜ਼ਾਰ ਕੇਸ ਆਉਂਦੇ ਸੀ ਤਾਂ ਹੁਣ ਮਹਿਜ਼ 20-22 ਹਜ਼ਾਰ 19 ਹਜ਼ਾਰ ਹੀ ਰਹਿ ਗਏ 24 ਘੰਟਿਆਂ ਦੇ ਵਿੱਚ 300-400 ਮੌਤਾਂ ਆ। ਸੋ ਇਹ ਜਿਹੜੀ ਰਫ਼ਤਾਰ ਆ ਕਾਫੀ ਹੱਦ ਤੱਕ ਘਟ ਗਈ ਆ। ਇਹਦੇ ਨਾਲ ਜਿਹੜੀ ਵੈਕਸੀਨੇਸ਼ਨ ਦਾ ਕੰਮ ਆ ਉਹ ਵੀ ਭਾਰਤ ਵਿੱਚ ਜਨਵਰੀ ਦੇ ਪਹਿਲੇ ਹਫ਼ਤੇ 'ਚ ਸ਼ੁਰੂ ਹੋ ਰਿਹਾ, ਔਰ ਸਿਹਤ ਮੰਤਰੀ ਹੋਰਾਂ ਨੇ ਕਿਹਾ ਕਿ ਅਗਲੇ 6-7 ਮਹੀਨਿਆਂ ਦੇ ਵਿੱਚ ਘੱਟੋ ਘੱਟ 30 ਕਰੋੜ ਜਨਤਾ ਨੂੰ ਇਹ ਵੈਕਸੀਨ ਲੱਗ ਜਾਵੇਗੀ ਭਾਰਤ ਵਿੱਚ। ਨਾਲ ਦੀ ਨਾਲ ICMR ਜਿਹੜੀ ਵੱਡੀ ਸੰਸਥਾ ਹੈ ਉਹਨੇ ਵੀ ਕਿਹਾ ਸੀਗਾ, ਸਿਹਤ ਮੰਤਰਾਲੇ ਦਾ ਵੀ ਬਿਆਨ ਸੀਗਾ ਕਿ ਇਹ ਇੱਛਾ ਅਨੁਸਾਰ ਹੀ ਲੱਗੇਗੀ, ਕਿਸੇ ਨੂੰ ਜ਼ਬਰਦਸਤੀ ਲਵਾਉਣ ਦੀ ਲੋੜ ਨਹੀਂ ਹੈਗੀ। ਇਹ ਜ਼ਰੂਰੀ ਨਹੀਂ ਵੀ ਸਾਰੀ ਹੀ ਜਨਤਾ ਨੇ 1.5 ਅਰਬ ਦੀ ਜਿਹੜੀ ਆਬਾਦੀ ਆ ਤਾਂ ਸਾਰਿਆਂ ਨੇ ਲਵਾਉਣਾ ਆ। ਉਹ ਕਹਿੰਦੇ ਆਪਣੀ ਇੱਛਾ ਅਨੁਸਾਰ ਹੈ, ਜਿਹਨੂੰ ਲੋੜ ਆ ਉਹ ਹੀ ਲਵਾ ਸਕਦਾ, ਨਹੀਂ ਤਾਂ ਜ਼ਿਆਦਾਤਰ ਇਹਦੇ ਲਈ ਅਵੋਇਡ ਕੀਤਾ ਜਾਵੇ ਤਾਂ ਕੋਈ ਚੱਲ ਵੀ ਸਕਦਾ ਆ। ਪਰ ਜਦੋਂ ਇਹਨਾਂ ਨੇ ਫਰੰਟ ਲਾਈਨਰ ਨੂੰ ਰੱਖਿਆ ਨਾ ਸਭ ਤੋਂ ਮੋਹਰੇ, ਉਹਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਨਰਸਾਂ ਡਾਕਟਰ ਆਉਂਦੇ ਆ, ਸਫਾਈ ਸੇਵਕ ਆਉਂਦੇ ਆ, ਪੁਲਿਸ ਮੁਲਾਜ਼ਮ ਆਉਂਦੇ ਆ, ਆਸ਼ਾ ਵਰਕਰ ਆਉਂਦੇ ਆ, ਉਹਨਾਂ ਨੂੰ ਇਹਨਾਂ ਨੇ ਜ਼ਰੂਰ ਲਾਉਣਾ ਹੈ। ਅਤੇ ਆਪਣੇ ਘੱਟੋ ਘੱਟ ਜਿਹੜੇ ਆ 50 ਤੋਂ ਘੱਟ ਉਮਰ ਵਾਲੇ ਜਿਹੜੇ ਆ ਗੰਭੀਰ ਮਰੀਜ਼ ਆ ਜਿਨ੍ਹਾਂ ਨੂੰ, ਉਹਨਾਂ ਨੂੰ ਸਭ ਤੋਂ ਪਹਿਲਾਂ ਟੀਕੇ ਲੱਗਣੇ ਆ। ਸੋ ਕਹਿਣ ਤੋਂ ਭਾਵ ਹੈ ਵੀ ਜਿਹੜਾ ਨਵਾਂ ਸਾਲ ਚੜ੍ਹਨਾ ਆ ਉਹ ਇਸ ਵੈਕਸੀਨੇਸ਼ਨ ਦੇ ਨਾਲ ਸਾਡੇ ਜਿਹੜੀ ਇਹ ਬੱਦਲ ਛਾਏ ਹੋਏ ਸੀਗੇ 2020 ਦੇ ਵਿੱਚ, ਬਹੁਤ ਹੀ ਭੈੜੇ ਬੱਦਲ ਸੀ ਮਹਾਮਾਰੀ ਵਾਲੇ, ਉਹ ਨਵੇਂ ਸਾਲ ਦੇ ਵਿੱਚ ਛਟਣੇ ਸ਼ੁਰੂ ਹੋ ਸਕਦੇ ਆ। ਇਹੋ ਜਿਹੀ ਉਮੀਦ ਕੀਤੀ ਜਾ ਸਕਦੀ ਆ, ਬਸ਼ਰਤੇ ਕਿ ਇਹ ਸਟ੍ਰੇਨ ਦਾ ਜਿਹੜਾ ਮਾਮਲਾ ਆ ਇਹ ਵਿਗਿਆਨੀ ਜਿਹੜੇ ਯੂਰਪ ਵਾਲਾ ਕੰਮ ਇੰਗਲੈਂਡ ਦਾ, ਇਹਦੇ ਤੇ ਕਾਬੂ ਕਿਸ ਤਰੀਕੇ ਨਾਲ ਪਾਉਂਦੇ ਆ ਇਹ ਤੇ ਨਿਰਭਰ ਕਰਦਾ ਆ। ਪਰ ਲੱਗਦਾ ਆ ਵੀ ਜੋ ਮੈਂ ਗੱਲਾਂ ਸੁਣੀਆਂ ਵਿਗਿਆਨੀਆਂ ਤੋਂ ਵੀ ਇਹਦੇ ਤੋਂ ਬਹੁਤਾ ਘਬਰਾਉਣ ਦੀ ਲੋੜ ਨਹੀਂ, ਵੀ ਜੇ ਆਪਾਂ ਕਰੋਨਾ ਵਰਗੇ ਮਹਾਮਾਰੀ ਨੂੰ ਆਪਣੇ ਪ੍ਰੀਕਾਸ਼ਨਸ ਨਾਲ ਆਪਣੀਆਂ ਸਾਵਧਾਨੀਆਂ ਵਰਤ ਕੇ ਮਾਤ ਪਾ ਸਕਦੇ ਆ, ਤੇ ਇਹ ਤਾਂ ਫਿਰ ਸਟ੍ਰੇਨ ਆ, ਇਹਦੇ ਤੇ ਕਾਬੂ ਜਲਦੀ ਪਾ ਲਿਆ ਜਾ ਸਕਦਾ ਆ। ਤਾਂ ਉਹਦੇ ਲਈ ਸਾਵਧਾਨੀਆਂ ਉਹੀ ਜੋ ਮੈਂ ਪਹਿਲਾਂ ਦੱਸੀਆਂ ਵੀ ਮਾਸਕ ਜ਼ਰੂਰੀ ਕਰ ਦੇਣਾ ਇਹਨਾਂ ਨੇ। ਪਰ ਇਸ ਦੇ ਨਾਲ ਇੱਕ ਹੋਰ ਜਿਹੜੀ ਗੱਲ ਆ, ਮਹਾਰਾਸ਼ਟਰ ਦੇ ਵਿੱਚ ਵੀ ਉਧਵ ਸਰਕਾਰ ਨੂੰ ਇਹ ਲੱਗਣ ਲੱਗ ਗਿਆ ਸੀਗਾ ਕਿ ਸ਼ਾਇਦ ਕੇਸ ਦੁਬਾਰਾ ਵੱਧ ਰਹੇ ਆ, ਤਾਂ ਉਹਨਾਂ ਨੇ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਕੁਝ ਵੱਡੇ ਚੋਣਵੇਂ ਸ਼ਹਿਰਾਂ ਦੇ ਉੱਤੇ ਕਰਫਿਊ ਲਗਾ ਦਿੱਤਾ ਗਿਆ ਹੈ। ਆਪਣੇ ਪੰਜਾਬ ਦੇ ਵਿੱਚ ਵੀ ਇਸ ਵੇਲੇ 31 ਦਸੰਬਰ ਤੱਕ ਰਾਤ ਦਾ ਕਰਫਿਊ ਹੈਗਾ ਆ, ਉੱਥੇ ਵੀ ਰਾਤ 11 ਤੋਂ 6 ਵਜੇ ਤੱਕ ਕਰਫਿਊ ਲਗਾਉਣਾ ਪਿਆ। ਉਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਨਾਲ ਕੁਛ ਦੇਖੋ, ਰਾਤ ਦਾ ਕਰਫਿਊ ਲਗਾਉਣ ਦਾ ਕੋਈ ਹੱਲ ਤਾਂ ਹੁੰਦਾ ਨਹੀਂ, ਕਿਉਂਕਿ ਬੰਦੇ ਦਾ ਦੁਨੀਆ ਸਾਰੀ ਸੁੱਤੀ ਹੁੰਦੀ ਆ। ਉਹ ਇੱਕ ਕਿਸਮ ਦਾ ਦਬਾਅ ਪਾਉਣਾ ਹੁੰਦਾ ਵੀ ਅਸੀਂ ਪਾਬੰਦੀਆਂ ਹੋਰ ਲਾ ਦਾਂਗੇ ਜੇ ਤੁਸੀਂ ਸਾਵਧਾਨੀਆਂ ਛੱਡਤੀਆਂ। ਸੋ ਇਹ ਜਿਹੜੀਆਂ ਸਾਵਧਾਨੀਆਂ ਆਪਣੇ ਤੌਰ ਤੇ ਲੋਕ ਵਰਤਣ ਲੱਗ ਪੈਣ, ਆਪਣੇ ਤੌਰ ਤੇ ਜਾਗਰੂਕ ਹੋ ਜਾਣ, ਤਾਂ ਫਿਰ ਸ਼ਾਇਦ ਮੈਂ ਦੇ ਆਪੇ ਜਿਹੜਾ ਅਗਲਾ ਸਾਲ ਆ ਆਪਣੇ ਲਈ ਵਧੀਆ ਚੜ੍ਹੇਗਾ ਜੀ। ਸ਼ੇਰਗਿੱਲ ਸਾਹਿਬ, ਇੱਕ ਕੇਂਦਰ ਸਰਕਾਰ ਵੱਲੋਂ ਨਵਾਂ ਕਾਨੂੰਨ ਪਾਸ ਕੀਤਾ ਗਿਆ, ਸ਼ਾਇਦ ਬਿਜਲੀ ਦੇ ਨਾਲ ਸੰਬੰਧਿਤ ਆ, ਉਹਦੇ 'ਚ ਕੀ ਹੋ ਰਿਹਾ ਜੀ ਕੁਛ? ਉਹ ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ ਆ ਵੀ ਜਿਹੜੇ ਬਿਜਲੀ ਕਨੈਕਸ਼ਨ ਅੱਗੇ ਸਮਾਂ ਬਹੁਤ ਲੱਗ ਜਾਂਦਾ ਸੀ ਲੈਣ ਨੂੰ, ਹੁਣ ਉਹਨਾਂ ਨੇ ਉਹਦੇ ਲਈ ਤੈਅ ਸੀਮਾ ਕਰ ਦਿੱਤੀ ਆ ਵੀ ਜੇ ਕੋਈ ਮੈਟਰੋ ਦੇ ਵਿੱਚ ਲੈਣਾ ਆ, ਸ਼ਹਿਰ ਦੇ ਵਿੱਚ ਕਿਸੇ ਨੇ ਕਨੈਕਸ਼ਨ ਲੈਣਾ ਤਾਂ 7 ਦਿਨਾਂ 'ਚ ਮਿਲ ਜੂਗਾ। ਜੇ ਕਿਸੇ ਨੇ ਸ਼ਹਿਰ ਦੇ ਵਿੱਚ ਲੈਣਾ ਆ, ਵੈਸੇ ਜਿਹੜੇ ਮੈਟਰੋ ਤੋਂ ਇਲਾਵਾ ਸ਼ਹਿਰ ਆ, ਤਾਂ 15 ਦਿਨਾਂ 'ਚ, ਤਾਂ ਪਿੰਡਾਂ ਦੇ ਵਿੱਚ ਜਿਹੜਾ ਕਨੈਕਸ਼ਨ ਆ ਉਹ 30 ਦਿਨਾਂ 'ਚ ਮਿਲ ਜਾਏਗਾ। ਇਹ ਬਹੁਤ ਵਧੀਆ ਗੱਲ ਆ। ਬਿਜਲੀ ਕਨੈਕਸ਼ਨ ਜਿਹੜੀ ਹੈ ਦੇਣ ਦੀ, ਸਪਲਾਈ ਦੀ ਗੱਲ ਜਦੋਂ ਆਪਾਂ ਸ਼ੁਰੂਆਤ ਦੇਖੀਏ, ਪ੍ਰਧਾਨ ਮੰਤਰੀ ਮੋਦੀ ਜਦੋਂ ਬਣੇ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ 2022-23 ਤੱਕ ਹਰ ਪਿੰਡ 'ਚ ਬਿਜਲੀ ਪਹੁੰਚਾਉਣ ਦਾ ਜਿਹੜਾ ਟੀਚਾ ਉਹ ਮੁਕੰਮਲ ਕਰ ਲਏਗਾ। ਸੋ ਉਸੇ ਵੱਲ ਨੂੰ ਸਰਕਾਰ ਦਾ ਇਹ ਕਦਮ ਦੇਖਿਆ ਜਾ ਰਿਹਾ। ਤਾਂ ਜੇ ਕਿਸੇ ਨੂੰ ਇਹਦੇ ਵਿੱਚ ਸ਼ਿਕਾਇਤ ਵੀ ਹੋਵੇਗੀ, ਸ਼ਿਕਾਇਤ ਦੂਰ ਨਾ ਕਰਨ ਤੇ ਜਿਹੜੀ ਬਿਜਲੀ ਕੰਪਨੀ ਆ ਉਹਦੇ ਖਿਲਾਫ ਇਹਦਾ ਜੁਰਮਾਨਾ ਵੀ ਅਦਾ ਕਰਨਾ ਪਵੇਗਾ, ਉਹਨੂੰ ਜੁਰਮਾਨਾ ਲਗਾਇਆ ਜਾਊਗਾ। ਸੋ ਇਹ ਕੁੱਲ ਮਿਲਾ ਕੇ ਉਪਭੋਗਤਾਵਾਂ ਲਈ ਇੱਕ ਵਧੀਆ ਕਿਸਮ ਦਾ ਇਹਨਾਂ ਨੇ ਬਿੱਲ ਤਿਆਰ ਕੀਤਾ ਆ, ਕਾਨੂੰਨ ਲਿਆਂਦਾ ਆ। ਜੇ ਤੇ ਇਹ ਤੇ ਸਹੀ ਤਰੀਕੇ ਨਾਲ ਅਮਲ ਹੋ ਜਾਊਗਾ ਤਾਂ ਫਿਰ ਬਹੁਤ ਵਧੀਆ ਗੱਲ ਹੈ ਜੀ। ਆਸ ਕਰਦੇ ਹਾਂ ਕਿ ਆਜ਼ਾਦੀ ਦੇ 70 ਸਾਲ ਬਾਅਦ ਹੀ ਸਹੀ ਸਾਰੇ ਹਿੰਦੁਸਤਾਨ ਦੇ ਵਿੱਚ ਜਗਮਗ ਹੋ ਜਾਏਗੀ, ਰੋਸ਼ਨੀ ਹੋ ਜਾਏਗੀ। ਇਸੇ ਆਸ ਨਾਲ ਅਸੀਂ ਅੱਜ ਪ੍ਰੋਗਰਾਮ ਨੂੰ ਦਈਏ ਵਿਰਾਮ ਜੀ। ਇਹ ਸੀ ਜੀ ਅੱਜ ਦਾ ਵਿਚਾਰ ਚਰਚਾ। ਸਾਨੂੰ ਦੱਸਿਓ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ। ਅਗਲੀ ਵਾਰ ਤੱਕ ਲਈ ਦਿਓ ਸਾਨੂੰ ਇਜਾਜ਼ਤ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।